ਦਾਸ ਗੁਰ ਹਿਰਦੈ ਧਿਆਵੋ, ਹਿਰਦੈ ਧਿਆਵੋ। ਸ਼੍ਰੀ ਗੁਰੂ ਰਾਮਦਾਸ ਗੁਣ ਗਾਵੋ। ਸ਼੍ਰੀ ਅਰਜਨ ਬਿਗਨਨ ਕੇ ਨਾਸਕ, ਬਿਗਨਨ ਕੇ ਨਾਸਕ। ਸ਼੍ਰੀ ਹਰਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ। ਸ਼੍ਰੀ ਹਰਿ ਰਾਏ ਨਮੋ ਕਰ ਜੋਰੀ, ਨਮੋ ਕਰ ਜੋਰੀ। ਗੁਰੂ ਹਰਿ ਕ੍ਰਿਸ਼ਨ ਮਨਾਏ ਬਹੋਰੀ। ਗੁਰੂ ਤੇਗ ਬਹਾਦੁਰ ਪਰਮ ਕਿਰਪਾਲਾ, ਪਰਮ ਕਿਰਪਾਲਾ। ਸ਼੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ। ਧਰੋਂ ਧਰਾ ਪਰ ਪੁੰਨ ਪੁੰਨ ਸੀਸਾ, ਪੁੰਨ ਪੁੰਨ ਸੀਸਾ। ਬੰਦੋਂ ਬਾਰ ਬਾਰ ਜਗਦੀਸ਼ਾ। ਜਿਸ ਮੈਂ ਹੈ ਅੰਮ੍ਰਿਤ ਗਿਆਨ ਹੈ, ਮਾਣਕ ਭਗਤ ਬੈਰਾਗ। ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ, ਬੰਦੋਂ ਕਰ ਅਨੁਰਾਗ। ਏਕ ਓੰਕਾਰ ਸਤਿਗੁਰੂ, ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸ਼ਨ ਸੋਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ। ਲਾਲਾ ਲਾਲਾ ਸੇਠੀ ਚੂਹੜ ਸਾਈਂ, ਸੰਗ ਨਿਹਾਲੂ ਗੁਰਮਤਿ ਪਾਈ। ਲਾਲਾ ਸੇਠੀ ਚੂਹੜ ਸਾਈਂ। ਸੱਚੇ ਪਾਤਸ਼ਾਹ ਸਤਿਗੁਰੂ ਗਰੀਬ ਨਵਾਜ, ਦੀਨ ਦੁਨੀਆ ਦੇ ਮਾਲਕ, ਚਬਰ ਛਤਰ ਤਖਤ ਦੇ ਮਾਲਕ, ਸਮਰੱਥ ਗੁਰੂ, ਪ੍ਰਤੱਖ ਗੁਰੂ, ਦੀਨ ਦਇਆਲ ਕਿਰਪਾਲ, ਸੱਚੇ ਪਾਤਸ਼ਾਹ ਦਾਸਾਂ, ਗਰੀਬਾਂ, ਸਿੱਖਾਂ, ਸੇਵਕਾਂ ਦੀ ਇੱਜ਼ਤ ਰੱਖਣ ਵਾਲੇ, ਪੱਤ ਰੱਖਣ ਵਾਲੇ, ਦਇਆ ਕਰਨ ਵਾਲੇ, ਮਿਹਰਾਂ ਕਰਨ ਵਾਲੇ, ਬਖਸ਼ਿਸ਼ਾਂ ਕਰਨ ਵਾਲੇ, ਸਦਾ ਹੀ ਦਿਆਲੂ, ਸਦਾ ਹੀ ਕਿਰਪਾਲੂ, ਸਦਾ ਹੀ ਮਿਹਰਬਾਨ ਸੱਚੇ ਪਾਤਸ਼ਾਹ ਗਰੀਬ ਨਵਾਜ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰੂ ਜੀ ਦੀ ਕਿਰਪਾ, ਦਇਆ, ਰਹਿਮਤ, ਬਖਸ਼ਿਸ਼ ਹੋਈ ਹੈ। ਆਪ ਦੀ ਸਿੱਖ ਸੰਗਤਾਂ ਬੜੇ ਹੀ ਪਿਆਰ ਦੇ ਨਾਲ ਸਤਿਗੁਰੂ ਜੀ ਦੇ ਪਵਿੱਤਰ ਪਾਵਨ ਚਰਨਾਂ ਦੇ ਵਿੱਚ ਸੱਜ ਕੇ ਬੈਠੇ ਹੋ। ਗੁਰਬਾਣੀ ਜੀ ਦਾ ਮੁੱਖ ਵਾਕ ਪਾਠ ਆਪ ਜੀ ਨੇ ਸਰਵਣ ਕੀਤਾ, ਵੱਡੇ ਭਾਗਾਂ ਦੀ ਨਿਸ਼ਾਨੀ ਹੈ। ਸੰਗਤ ਜੀ, ਲੜੀਵਾਰ ਕਥਾ ਆਪਾਂ ਗੁਰੂ ਅਰਜਨ ਦੇਵ ਜੀ ਦੀ ਸਰਵਣ ਕਰ ਰਹੇ ਹਾਂ। ਆਓ ਸਾਰੀ ਸੰਗਤ ਪਿਆਰ ਨਾਲ ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੱਚੇ ਪਾਤਸ਼ਾਹ ਗਰੀਬ ਨਵਾਜ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਕੋਲ ਸਿੱਖ ਆਉਂਦੇ ਹਨ। ਆਪੋ ਆਪਣੇ ਮਨ ਦੇ ਫੁਰਨੇ ਮਹਾਰਾਜ ਨੂੰ ਦੱਸਦੇ ਹਨ। ਗਰੀਬ ਨਵਾਜ ਸੱਚੇ ਪਾਤਸ਼ਾਹ ਸਾਰਿਆਂ ਦੇ ਫੁਰਨੇ ਹੱਲ ਕਰਕੇ ਸਭਨਾਂ ਨੂੰ ਵਾਹਿਗੁਰੂ ਦੇ ਨਾਮ ਨਾਲ ਜੋੜਦੇ ਹਨ। ਕੱਲ੍ਹ ਤੁਸੀਂ ਸਾਖੀ ਸਰਵਣ ਕੀਤੀ। ਭਾਈ ਧੌਣ ਮੁਰਾਰੀ ਜੀ ਸਤਿਗੁਰੂ ਜੀ ਦੇ ਕੋਲ ਆਏ, ਆ ਕੇ ਮਹਾਰਾਜ ਨੂੰ ਬੇਨਤੀ ਕੀਤੀ, ਸੱਚੇ ਪਾਤਸ਼ਾਹ ਤੁਹਾਡੀ ਕਿਰਪਾ ਦੇ ਨਾਲ ਮੈਂ ਬਾਣੀ ਪੜ੍ਹਦਾ ਵੀ ਹਾਂ, ਦਿਨ 'ਚ ਸਮਾਂ ਮਿਲੇ ਗੁਰਸਿੱਖਾਂ ਦੇ ਪਾਸੋਂ ਬਾਣੀ ਸੁਣਦਾ ਵੀ ਹਾਂ, ਅਤੇ ਤੁਹਾਡੀ ਕਿਰਪਾ ਦੇ ਨਾਲ ਮੈਂ ਬਾਣੀ ਦੀ ਵਿਚਾਰ ਵੀ ਕਰਦਾ ਹਾਂ। ਪਰ ਸੱਚੇ ਪਾਤਸ਼ਾਹ ਗਰੀਬ ਨਵਾਜ ਮਨ ਵਿੱਚੋਂ ਖੋਟੀ ਮੱਤ ਨਹੀਂ ਦੂਰ ਹੁੰਦੀ। ਮੈਂ ਕੱਲ੍ਹ ਵੀ ਬੇਨਤੀ ਕੀਤੀ ਸੀਗੀ,
ਭਾਈ ਧੌਣ ਮੁਰਾਰੀ ਜੀ ਨੇ ਸਾਡਿਆਂ ਮਨਾਂ ਦਾ ਹਾਲ ਦੱਸਿਆ ਜੀ। ਬਹੁਤ ਕੁਝ ਪੜ੍ਹ ਸੁਣ ਕੇ ਸਮਝ ਕੇ ਵੀ ਅੰਦਰ ਦੁਰਮਤ ਦਾ ਨਾਸ ਨਹੀਂ ਹੋ ਰਿਹਾ ਜੀ, ਭੈੜੀ ਮਤ ਦਾ ਨਾਸ ਨਹੀਂ ਹੋ ਰਿਹਾ, ਜਿਹਦੇ ਕਰਕੇ ਅੰਦਰ ਥਿਰਤਾ ਨਹੀਂ ਬਣ ਪਾਉਂਦੀ ਜੀ, ਟਿਕਾਓ ਨਹੀਂ ਬਣ ਪਾਉਂਦਾ ਜੀ। ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਧੌਣ ਮੁਰਾਰੀ ਤੂੰ ਚੰਗਾ, ਮਹਾਰਾਜ ਕਹਿਣ ਲੱਗੇ ਤੂੰ ਸੱਚ ਆਖਿਆ, ਪਰ ਸਾਫ ਸਫੇਦ ਕੱਪੜੇ ਦੇ ਉੱਤੇ ਤੇ ਰੰਗ ਦੂਜਾ ਚੜ ਜਾਏਗਾ, ਜਿਹੜਾ ਕੱਪੜਾ ਮੈਲਾ ਹੋਵੇ ਨਾ ਉਹਦੇ ਤੇ ਰੰਗ ਚੰਗੀ ਤਰ੍ਹਾਂ ਨਹੀਂ ਚੜਦਾ। ਮਹਾਰਾਜ ਕਹਿੰਦੇ ਮਨ ਨੂੰ ਮੈਲ ਲੱਗੀ ਹੈ, ਜਿਵੇਂ ਮੈਲੇ ਕੱਪੜੇ ਨੂੰ ਸਾਬਣ ਲਾ ਕੇ ਧੋ ਦਈਦਾ, ਕੱਪੜਾ ਵੀ ਵਿਖਦਾ, ਸਾਬਣ ਵੀ ਵਿਖਦਾ, ਨਾ ਮਨ ਹੀ ਨਜ਼ਰ ਆਉਂਦਾ ਨਾ ਪਾਪ ਹੀ ਨਜ਼ਰ ਆਉਂਦੇ ਹੈ ਜੀ। ਤੇ ਨਾਮ ਵੀ ਨਹੀਂ ਨਜ਼ਰ ਆਉਂਦਾ, ਮਹਾਰਾਜ ਕਹਿੰਦੇ ਇਹਨੂੰ ਨਾਮ ਨਾਲ ਹੀ ਮਹਾਰਾਜ ਕਹਿੰਦੇ ਧੋਪਿਆ ਜਾ ਸਕਦਾ। ਤੁਸੀਂ ਪੰਕਤੀ ਵੀ ਸੁਣੀ, ਭਰੀਆ ਮਤ ਪਾਪਾ ਕੈ ਸੰਗ ਉਹ ਧੋਪੈ ਨਾਮੈ ਕੈ ਰੰਗ, ਮੂਤ ਪਲੀਤੀ ਕੱਪੜ ਹੋਏ ਦੇ ਸਾਬੂਣ ਲਈਐ ਉਹ ਧੋਏ, ਭਰੀਆ ਮਤ ਪਾਪਾ ਕੈ ਸੰਗ ਉਹ ਧੋਪੈ ਨਾਮੈ ਕੈ ਰੰਗ। ਸੋ ਗਰੀਬ ਨਵਾਜ਼ ਸੱਚੇ ਪਾਤਸ਼ਾਹ ਜੀ ਨੇ ਸਾਰੀ ਗੱਲ ਪੰਕਤੀ ਪੜ੍ਹ ਕੇ ਸੁਣਾਈ, ਗੁਰਸਿੱਖਾਂ ਨੇ ਪੰਕਤੀ ਸੁਣੀ, ਸਾਰੇ ਪ੍ਰਸੰਨ ਹੋਏ ਜੀ। ਸੰਗਤ ਜੀ ਜ਼ਿੰਦਗੀ ਲੱਗ ਜਾਂਦੀ ਹੈ, ਮੇਰੀ ਬੋਲਦਿਆਂ ਲੱਗ ਜਾਣੀ ਹੈ, ਤੁਹਾਡੀ ਸੁਣਦਿਆਂ ਲੰਘ ਜਾਣੀ ਹੈ। ਜੇ ਅਭਿਆਸ ਨਾ ਕੀਤਾ ਤੇ ਪੂਰੀ ਗੱਲ ਨਹੀਂ ਬਣਨੀ ਜੀ, ਪੂਰੀ ਗੱਲ ਨਹੀਂ ਬਣਨੀ। ਸੋ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ਼ ਕਿਰਪਾ ਕਰਨ। ਇੱਕ ਸਿੱਖ ਆਇਆ, ਯੋਧਾ ਆਇਆ, ਕਹਿੰਦਾ ਮਹਾਰਾਜ ਮੇਰਾ ਕੀ ਬਣੇਗਾ? ਮਹਾਰਾਜ ਕਹਿੰਦੇ ਚਿੱਤ ਲਾ ਕੇ ਜੰਗ ਕਰ ਤੇ ਨਾਲ ਜਪ ਨਾਮ, ਤੇਰਾ ਭਲਾ ਹੋ ਜਾਏਗਾ। ਹਾਂਜੀ, ਉਹ ਪ੍ਰਸੰਗ ਸਾਧ ਸੰਗਤ ਜੀ ਹੁਣ ਆਪਾਂ ਅੱਗੋਂ ਸਰਵਣ ਕਰਨਾ। ਕਿੱਥੇ ਆ ਬਦਲਿਆ? ਹੁਣ ਆਪਾਂ ਅੱਗੋਂ ਪ੍ਰਸੰਗ ਸਰਵਣ ਕਰਨਾ ਹੈ। ਭਾਈ ਆਦਤ ਸੋਈ ਨਹੀਂ ਜੀ, ਇਹ ਵੀ ਮਹਾਰਾਜ ਦੇ ਕੋਲ ਆਏ, ਸੱਚੇ ਪਾਤਸ਼ਾਹ ਜੀ ਨੇ ਇਹਨਾਂ ਨੂੰ ਵੀ ਉਪਦੇਸ਼ ਦਿੱਤਾ। ਹੁਣ ਅੱਗੋਂ ਕਥਾ ਸਰਵਣ ਕਰੀਏ। ਪਿਆਰ ਨਾਲ ਗੱਜ ਕੇ ਆਖੋ ਸਾਰੇ, ਧੰਨ ਗੁਰੂ ਅਰਜਨ ਦੇਵ ਸਾਹਿਬ ਜੀ। ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਸਭ ਸੰਗਤ ਗੱਜ ਕੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ ਲਾਲਾ ਸੇਠੀ ਚੂਹੜ ਸਾਈਂ। ਭਾਈ ਲਾਲਾ ਸੇਠੀ ਜੀ, ਭਾਈ ਚੂੜ ਜੀ ਤੇ ਭਾਈ ਸਾਈਂ ਜੀ, ਤਿੰਨ ਹੋ ਗਏ ਜੀ ਗਏ। ਹਾਂਜੀ, ਸੰਗ ਨਿਹਾਲੂ ਗੁਰਮਤਿ ਪਾਈ। ਤੇ ਸੰਗਤ ਜੀ ਨਾਲ ਭਾਈ ਨਿਹਾਲਾ ਜੀ, ਇਹਨਾਂ ਨੇ ਗੁਰੂ ਸਾਹਿਬ ਕੋਲੋਂ ਸੁਣਿਆ ਹੀ ਨਹੀਂ, ਗੁਰੂ ਜੀ ਦਾ ਉਪਦੇਸ਼ ਮੰਨਿਆ, ਗੁਰਮਤਿ ਦੇ ਧਾਰਣੀ ਬਣ ਗਏ ਜੀ। ਮੁਖ 'ਚ ਨਾਮ ਹੈ, ਹਿਰਦੇ 'ਚ ਗਿਆਨ ਹੈ, ਮੋਹ ਰਹਿਤ ਜੀਵਨ ਹੈ। ਗੁਰਮਤਿ ਦੇ ਧਾਰਣੀ ਇਹ ਚਾਰੋਂ ਹੀ ਬਣ ਗਏ ਜੀ। ਹਾਂਜੀ, ਲਿਵ ਲਗਾਏ ਕਰ ਸ਼ਬਦ ਸੋ ਗਾਵੈ। ਹੁਣ ਇਹ ਕੀਰਤਨ ਕਰਦੇ ਆ ਚਾਰੇ, ਤੇ ਬੜੇ ਵਧੀਆ ਵਧੀਆ ਕੀਰਤਨੀਏ ਗੁਰੂ ਜੀ ਦੀ ਕਿਰਪਾ ਨਾਲ ਪੰਥ ਵਿੱਚ ਹਨ, ਜਿਹੜੇ ਬੜੇ ਪ੍ਰੇਮ ਨਾਲ ਲਿਵ ਲਾ ਕੇ ਕੀਰਤਨ ਕਰਦੇ ਆ ਜੀ, ਜੁੜ ਜਾਂਦੇ ਕੀਰਤਨ ਕਰਨ ਲੱਗਿਆ ਜੀ। ਬਸ ਇਸੇ ਤਰ੍ਹਾਂ ਇਹ ਜੁੜ ਜਾਂਦੇ ਸੀਗੇ ਕੀਰਤਨ ਕਰਨ ਲੱਗਿਆ ਜੀ। ਗੁਰੂ ਦੀ ਮਿਹਰ ਹੋਵੇ, ਕਥਾ ਕੀਰਤਨ ਕਰਨ ਲੱਗਿਆ ਬੰਦਾ ਜੁੜ ਜਾਵੇ ਜੀ। ਹਾਂਜੀ, ਇੱਕ ਮਨ ਹੋਏ ਕਰ ਅਰਥ ਸੁਣਾਵੈ। ਫਿਰ ਲਿਵ ਲਾ ਕੇ ਇਹਨਾਂ ਨੇ ਕੀਰਤਨ ਕਰਨਾ, ਤੇ ਇੱਕ ਮਨ ਹੋ ਕੇ ਸੰਗਤ ਨੂੰ ਗੁਰਬਾਣੀ ਦੇ ਅਰਥ ਦੱਸਣੇ ਜੀ। ਹਾਂਜੀ, ਕਰਹਿ ਵਿਚਾਰ ਮ੍ਰਿਦੁਲ ਮਨ ਹੋਏ। ਜਦੋਂ ਕੋਈ ਵਿਚਾਰ ਇਹਨਾਂ ਦੇ ਨਾਲ ਆਉਂਦਾ ਸੀ ਕਰਨ ਵਾਸਤੇ, ਮਿੱਠੀ ਬੋਲੀ 'ਚ ਵਿਚਾਰ ਕਰਦੇ ਸੀਗੇ ਜੀ, ਸਦਾ ਮਿੱਠਾ ਬੋਲਦੇ ਸੀਗੇ ਜੀ। ਫਿਰ ਐ ਮਿੱਠੀ ਬਾਣੀ ਵਿੱਚ ਵਿਚਾਰ ਕਰਨੀ ਬਾਣੀ ਦੀ ਜੀ। ਹਾਂਜੀ, ਪ੍ਰਭ ਕੋ ਰਾਖੈ ਹਿਰਦੈ ਪਰੋਏ। ਸਦਾ ਹੀ ਇਹ ਚਾਰੇ ਗੁਰੂ ਦੇ ਸਿੱਖ ਵਾਹਿਗੁਰੂ ਨੂੰ ਹਿਰਦੇ 'ਚ ਹੀ ਪਰੋ ਕੇ ਰੱਖਦੇ ਸੀਗੇ ਜੀ। ਮਹਾਰਾਜ ਕਹਿੰਦੇ ਨਾ, ਤਿਸ ਕਾ ਨਾਮ ਰੱਖ ਕੰਠ ਪਰੋਏ, ਆਖੋ ਵਾਹਿਗੁਰੂ ਵਾਹਿਗੁਰੂ। ਇਹਨਾਂ ਨੇ ਫਿਰ ਨਾਮ ਨੂੰ ਕੰਠ 'ਚ ਹਿਰਦੇ 'ਚ ਪਰੋ ਲਿਆ ਹੈਗਾ ਜੀ।
ਭਾਈ ਲਾਲਾ ਸੇਠੀ ਜੀ, ਭਾਈ ਚੂਹੜ ਜੀ, ਭਾਈ ਸਾਈਂ ਜੀ, ਭਾਈ ਨਿਹਾਲੂ ਜੀ ਸਦਾ ਹੀ ਨਾਮ ਜਪਦੇ ਰਹਿੰਦੇ ਸੀ, ਵਾਹਿਗੁਰੂ 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 ਵਾਹਿਗੁਰੂ, ਨਾਮ ਹੀ ਜਪਦੇ ਰਹਿੰਦੇ ਸੀਗੇ। ਹਾਂਜੀ, ਤਿਨਕੇ ਬਚਨ ਸੁਨਹਿ ਜੋ ਆਇਆ। ਹੁਣ ਉਹਨਾਂ ਦੇ ਮੁਖੋਂ ਜਿਹੜਾ ਕਥਾ ਸੁਣ ਲੈਂਦਾ ਸੀ ਨਾ ਜੀ, ਹਾਂਜੀ, ਸਭ ਪਰ ਪਰੈ ਤਿਨਹੋ ਕੀ ਛਾਇਆ। ਜਿਹੜਾ ਵੀ ਵਿਅਕਤੀ ਉਹਨਾਂ ਦੇ ਮੁਖੋਂ ਬਾਣੀ ਦੇ ਅਰਥ ਸੁਣ ਲੈਂਦਾ ਸੀ, ਉਹਨਾਂ ਦੇ ਮਨ ਤੇ ਛਾਪ ਪੈ ਜਾਂਦੀ ਸੀਗੀ ਜੀ, ਉਹਨਾਂ ਦਾ ਪਰਛਾਵਾਂ ਪੈਂਦਾ, ਭਾਵ ਅਸਰ ਹੁੰਦਾ ਸੀਗਾ ਜੀ ਉਹਨਾਂ ਦੀਆਂ ਗੱਲਾਂ ਦਾ। ਮੇਰੇ ਵਰਗੇ ਬੜੇ ਬੋਲੀ ਜਾਂਦੇ ਆ, ਦਿਨ ਰਾਤ ਹੀ ਬੋਲਦੇ, ਕੋਈ ਸੁਣਦਾ ਹੀ ਨਹੀਂ, ਕੋਈ ਅਸਰ ਹੀ ਨਹੀਂ ਹੁੰਦਾ ਜੀ। ਜਿਨ੍ਹਾਂ ਦੀ ਜ਼ਿੰਦਗੀ ਚੰਗੀ ਹੈ ਉਹਨਾਂ ਦਾ ਅਸਰ ਹੁੰਦਾ ਹੈ ਜੀ। ਹਾਂਜੀ, ਮਨ ਖੋਟੇ ਪੀ ਹੋਏ ਤਬ ਖਰੇ। ਇੱਥੋਂ ਤੱਕ ਜਿਨ੍ਹਾਂ ਦੇ ਮਨ ਖੋਟੇ ਸੀ ਨਾ, ਜਦੋਂ ਉਹਨਾਂ ਨੇ ਉਹਨਾਂ ਦੇ ਕੋਲੋਂ ਕਥਾ ਸੁਣਨੀ, ਖੋਟੇ ਮਨ ਵਾਲੇ ਵੀ ਵਧੀਆ ਹੋ ਜਾਂਦੇ ਸੀਗੇ ਜੀ, ਖਰੇ ਹੋ ਜਾਂਦੇ ਸੀਗੇ ਜੀ। ਹਾਂਜੀ, ਭਲੇ ਕਰਮ ਕਰਬੇ ਹਿਤ ਧਰੇ। ਜਿਹੜਾ ਕਦੀ ਚੰਗਾ ਕੰਮ ਨਹੀਂ ਸੀ ਕੀਤਾ, ਜਦੋਂ ਇਹਨਾਂ ਚਾਰਾਂ ਦੇ ਕੋਲੋਂ ਕਥਾ ਸੁਣ ਲੈਂਦੇ ਸੀਗੇ, ਸੰਗਤ ਜੀ ਉਹ ਚੰਗੇ ਕੰਮਾਂ ਵਿੱਚ ਧਿਆਨ ਲੱਗ ਜਾਂਦਾ ਸੀਗਾ ਜੀ। ਜੀਵਨ ਚੰਗਾ ਹੋਣਾ ਚਾਹੀਦਾ, ਸੁਣਨ ਵਾਲੇ ਤੇ ਅਸਰ ਪਏਗਾ ਜੀ। ਚੇਤਾ ਰੱਖਿਓ, ਖਾਲੀ ਘੜਾ ਬੋਲੀ ਜਾਵੇ ਕੋਈ ਫਾਇਦਾ ਨਹੀਂ ਹੈ ਜੀ। ਅੰਦਰ ਹੈ ਹੀ ਕੁਝ ਨਹੀਂ, ਜਿੰਨਾ ਮਰਜ਼ੀ ਤੁਹਾਨੂੰ ਗਿਆਨ ਧਿਆਨ ਸੁਣਾਵਾਂ, ਨਾ ਤੁਹਾਨੂੰ ਸ਼ਾਂਤੀ ਆਉਣੀ ਹੈ ਤੇ ਨਾ ਹੀ ਤੁਹਾਡੇ ਉੱਤੇ ਅਸਰ ਹੋਣਾ ਜੀ। ਹਾਂਜੀ, ਸ੍ਰੀ ਮੁਖ ਤੇ ਬੋਲੇ ਬਚਪੂਤ। ਹੁਣ ਗੁਰੂ ਸਾਹਿਬ ਨੇ ਜਿਹੜੇ ਬਚਨ ਆਪਣੇ ਪਵਿੱਤਰ ਮੁਖਾਰ ਬਿੰਦ ਤੋਂ ਕੀਤੇ ਹੈ, ਹਾਂਜੀ, ਜੋ ਨਰ ਕਰਹਿ ਭਲੀ ਕਰਤੂਤ। ਉਹ ਇਹ ਬਚਨ ਸੁਣਾਉਂਦੇ ਹੁੰਦੇ ਸੀਗੇ ਜੀ। ਸਿੱਖਾਂ ਕਹਿਣਾ ਮਹਾਰਾਜ ਸੱਚੇ ਪਾਤਸ਼ਾਹ, ਇਹ ਚਾਰੇ ਜਦੋਂ ਕਥਾ ਕੀਰਤਨ ਕਰਦੇ ਅਸਰ ਬੜਾ ਹੁੰਦਾ। ਗੁਰੂ ਸਾਹਿਬ ਕਹਿੰਦੇ ਸੁਣੋ, ਜਿਹੜੇ ਪੁਰਸ਼ ਭਲੀ ਕਰਤੂਤ ਕਰਦੇ ਐ, ਚੰਗਾ ਕੰਮ ਕਰਦੇ ਐ, ਹਾਂਜੀ, ਜਿਮ ਅਪਰਨ ਉਪਦੇਸ਼ ਉਚਾਰੇ। ਜਿਵੇਂ ਦੂਜਿਆਂ ਨੂੰ ਕਹਿੰਦੇ ਆ ਨਾ ਕਰਨ ਵਾਸਤੇ, ਹਾਂਜੀ, ਤਿਮ ਨਿਸ਼ਚੈ ਆਪਣਾ ਔਰ ਧਾਰੇ। ਉਂਝ ਆਪ ਵੀ ਕਰਦੇ ਐ, ਗੱਜ ਕੇ ਆਖੋ ਵਾਹਿਗੁਰੂ। ਦੂਜਿਆਂ ਨੂੰ ਤੇ ਕਵੇ ਵੀ ਜਪਜੀ ਸਾਹਿਬ ਦੇ ਪਾਠ ਕਰਨ ਤੋਂ ਬਗੈਰ ਰੋਟੀ ਨਾ ਖਾਇਓ, ਤੇ ਆਪ ਉਂਝ ਹੀ ਸਭ ਕੁਝ ਛਕੀ ਜਾਵੇ, ਤੇ ਕਿਸੇ ਤੇ ਕੀ ਅਸਰ ਪਏਗਾ ਜੀ। ਹਾਂਜੀ, ਮਹਾਰਾਜ ਕਹਿੰਦੇ ਜਿਹੜੇ ਆਪ ਵਧੀਆ ਕੰਮ ਕਰਦੇ ਆ ਨਾ, ਉਹਨਾਂ ਦੇ ਕਹੇ ਹੋਈਆਂ ਗੱਲਾਂ ਦਾ ਅਸਰ ਹੁੰਦਾ ਹੈ। ਸੰਗਤ ਜੀ, ਭਰਿਆ ਹੋਇਆ ਗੱਡਾ ਜਿੱਥੋਂ ਲੰਘਦਾ ਹੈ ਉੱਥੇ ਛਾਪ ਪਾ ਜਾਂਦਾ ਹੈ ਜੀ। ਇਸੇ ਤਰ੍ਹਾਂ ਅੰਦਰ ਭਰਿਆ ਹੋਇਆ ਬਾਣੀ ਨਾਲ ਜਦੋਂ ਉਹ ਬੋਲੇਗਾ, ਹਿਰਦੇ ਤੇ ਅਸਰ ਪਏਗਾ ਜੀ। ਉਹ ਇੱਕ ਗਿਆਨੀ ਕਥਾ ਕਰੇ, ਨਾ ਕੋਈ ਸੁਰ ਤੇ ਨਾ ਕੋਈ ਸਵਾਦ ਜੀ, ਤੇ ਬਾਰ-ਬਾਰ ਮਾਈਆਂ ਨੂੰ ਕਹੇ ਜੀ ਚੁੱਪ ਦਾ ਦਾਨ ਦੇ ਦਿਓ, ਚੁੱਪ ਦਾ ਦਾਨ ਦੇ ਦਿਓ, ਕਥਾ ਸੁਣ ਲਓ। ਇੱਕ ਮਾਈ ਬੜੀ ਸਿਆਣੀ ਨਾਮ ਜਪਣ ਵਾਲੀ, ਉਹ ਕਹਿੰਦੀ ਗਿਆਨੀ ਤੂੰ ਚੁੱਪ ਹੋ ਜਾ, ਸਾਰੇ ਆਪੇ ਹੀ ਚੁੱਪ ਹੋ ਜਾਣਾ। ਕਹਿਣ ਲੱਗੀ, ਤੂੰ ਹੀ ਰੌਲਾ ਪਾਇਆ, ਨਾ ਤੇਰੀ ਗੱਲ 'ਚ ਕੋਈ ਰਸ ਨਾ ਕੋਈ ਸਵਾਦ, ਤੂੰ ਚੁੱਪ ਹੋ ਜਾ, ਅਸੀਂ ਸਾਰੀਆਂ ਚੁੱਪ ਹੋ ਜਾਾਂਗੇ। ਕਹਿਣ ਲੱਗੀ, ਅੰਦਰ ਕੁਝ ਹੋਵੇ, ਮਹਾਰਾਜ ਕਹਿੰਦੇ ਕਿਉਂ ਨਹੀਂ ਅਸਰ ਪੈਂਦਾ। ਹਾਂਜੀ, ਤਿਨ ਕੀ ਛਾਇਆ ਸਭ ਪਰ ਜਾਏ। ਮਹਾਰਾਜ ਕਹਿੰਦੇ ਉਹਨਾਂ ਦਾ ਪਰਛਾਵਾਂ ਹੀ ਪੈ ਜੇ, ਬੜੀ ਵੱਡੀ ਗੱਲ ਹੈ। ਜਿਨ੍ਹਾਂ ਦੇ ਅੰਦਰ ਕੁਝ ਹੁੰਦਾ ਉਹਨਾਂ ਦਾ ਅਸਰ ਹੁੰਦਾ ਜੀ। ਸੰਗਤ ਜੀ, ਬਹੁਤ ਸਾਰੇ ਗਿਆਨੀ ਬੋਲਣ ਵਾਲੇ ਕੋਈ ਅਸਰ ਨਹੀਂ ਜੀ। ਜਿਨ੍ਹਾਂ ਦੇ ਅੰਦਰ ਕੁਝ ਹੈਗਾ, ਮੈਂ ਤੁਹਾਨੂੰ ਐਸੇ ਸਤਿਪੁਰਸ਼ਾਂ ਦੇ ਨਾਮ ਦੱਸ ਸਕਦਾ, ਉਹਨਾਂ ਕਦੇ ਕਥਾ ਕੀਰਤਨ ਤਾਂ ਨਹੀਂ ਸੀ ਕੀਤਾ, ਉਹਨਾਂ ਨੂੰ ਵੇਖ ਵੇਖ ਕੇ ਲੋਕ ਸੁਧਰ ਗਏ ਜੀ। ਦੋ ਗੁਰਮੁਖਾਂ ਦਾ ਮੈਂ ਨਾਮ ਦੱਸਦਾ, ਉਂਝ ਤੇ ਬੜੇ ਹੋਏ ਨੇ ਐਸੇ ਜੀ। ਬਾਬਾ ਜੀ ਬਾਬਾ ਠਾਕੁਰ ਸਿੰਘ ਸਾਹਿਬ ਜੀ, ਹਾਂਜੀ, ਦਮਦਮੀ ਟਕਸਾਲ ਵਾਲੇ, ਕਥਾ ਨਹੀਂ ਸੀ ਕਰਦੇ ਹੁੰਦੇ, ਜਿਹੜਾ ਉਹਨਾਂ ਦੇ ਦਰਸ਼ਨ ਕਰ ਲੈਂਦਾ ਸੀ ਨਿਹਾਲ ਹੋ ਜਾਂਦਾ ਸੀਗਾ ਜੀ। ਬਾਬਾ ਦਇਆ ਸਿੰਘ ਜੀ ਸੁਰ ਸਿੰਘ ਵਾਲੇ ਜੀ, ਕਥਾ ਨਹੀਂ ਸੀ ਕਰਦੇ ਜੀ, ਜਿਹੜਾ ਦਰਸ਼ਨ ਕਰਦਾ ਸੀਗਾ ਵੇਖ ਕੇ ਹੀ ਅੰਮ੍ਰਿਤ ਛਕ ਲੈਂਦਾ ਸੀਗਾ ਜੀ। ਹਾਂਜੀ, ਕੁਝ ਅੰਦਰ ਸੀ ਨਾ ਜੀ। ਮੇਰੇ ਵਰਗਾ ਸਾਰੀ ਦਿਹਾੜੀ ਸਟੇਜ ਤੇ ਬਹਿ ਕੇ ਰੌਲਾ ਪਾਵੇ, ਸੁਣੇਗਾ ਕੋਈ ਨਹੀਂ ਜੀ। ਸਤਿਗੁਰੂ ਕਹਿਣ ਲੱਗੇ ਜਿਨ੍ਹਾਂ ਦੇ ਅੰਦਰ ਹੁੰਦਾ ਹੈ ਉਹਨਾਂ ਦਾ ਪਰਛਾਵਾਂ ਹਰ ਇੱਕ ਤੇ ਪੈਂਦਾ ਹੈ ਜੀ। ਹਾਂਜੀ, ਸੁਨਹਿ ਬਾਕ ਜੇ ਹਿਰਦੈ ਬਸਾਏ। ਜਿਹੜੇ ਫਿਰ ਉਹਨਾਂ ਦੇ ਮੁਖੋਂ ਬਚਨ ਸੁਣ ਲੈਂਦੇ ਆ ਨਾ, ਉਹਨਾਂ ਦੇ ਹਿਰਦੇ 'ਚ ਬਚਨ ਵਸ ਜਾਂਦੇ ਆ।
ਜਿਨ੍ਹਾਂ ਦੇ ਮੁਖੋਂ ਕਮਾਈ, ਜਿਨ੍ਹਾਂ ਦੀ ਕਮਾਈ ਹੈ ਨਾ, ਉਹਨਾਂ ਦੇ ਮੁਖੋਂ ਬਾਣੀ ਦੀ ਪੰਕਤੀ ਸੁਣ ਲਓ, ਤੁਹਾਨੂੰ ਕਈ ਸਾਲ ਬਾਣੀ ਦੀ ਪੰਕਤੀ ਨਹੀਂ ਭੁੱਲੇਗੀ ਜੀ। ਗੱਲ ਦਾ ਅਸਰ ਹੋਏਗਾ ਜੀ। ਮਾਵਾਂ ਚਾਹੁੰਦੀਆਂ ਸਾਡੇ ਪੁੱਤ ਬਾਣੀ ਪੜ੍ਹਿਆ ਕਰਨ, ਪਹਿਲਾਂ ਆਪ ਪੜ੍ਹਨ, ਫਿਰ ਕਹਿਣ ਪੁੱਤਾਂ ਨੂੰ ਪੁੱਤ ਕਿਉਂ ਨਹੀਂ ਪੜ੍ਹਨਗੇ ਜੀ। ਹਾਂਜੀ, ਬਹੁਤਨ ਕੋ ਉਧਾਰ ਸੋ ਕਰੇ। ਮਹਾਰਾਜ ਕਹਿੰਦੇ ਐਸੇ ਪੁਰਸ਼ ਫਿਰ ਬਹੁਤਿਆਂ ਦਾ ਉਧਾਰ ਕਰ ਦਿੰਦੇ ਆ, ਬਹੁਤਿਆਂ ਦਾ ਉਧਾਰ ਕਰ ਦਿੰਦੇ ਆ। ਹਾਂਜੀ, ਤਿਸ ਪਰ ਤੁਕ ਸ਼੍ਰੀ ਮੁਖੋਂ ਉਚਰੇ। ਸੱਚੇ ਪਾਤਸ਼ਾਹ ਜੀ ਨੇ ਐਸੇ ਰੱਬ ਦੇ ਪੁਰਸ਼ਾਂ ਦੇ ਉੱਤੇ ਇੱਕ ਪੰਕਤੀ ਉਚਾਰਨ ਕੀਤੀ ਜੀ। ਹਾਂਜੀ, ਪਹਿਲੋ ਦੇ ਜੜ ਅੰਦਰ ਜੰਮੈ, ਹਾਂ। ਤਾਂ ਉੱਪਰ ਹੋਵੇ ਛਾਉ। ਮਹਾਰਾਜ ਕਹਿਣ ਲੱਗੇ ਛਾਂ ਤਾਂ ਹੀ ਹੋਏਗੀ ਜੇ ਥੱਲੇ ਜੜ ਹੋਏਗੀ ਜੀ। ਪਹਿਲਾਂ ਜੜ ਸਹੀ ਹੋਵੇ, ਜੜ ਹੋਵੇਗੀ, ਬੈਠਣ ਵਾਲਿਆਂ ਨੂੰ ਛਾਂ ਮਿਲੇਗੀ। ਬਸ ਇਸੇ ਤਰ੍ਹਾਂ ਤੇ ਪ੍ਰਥਮੈ ਮਨ ਪ੍ਰਬੁੱਧ ਹੈ ਆਪਣਾ, ਪਾਛੈ ਅਵਰ ਰਿਝਾਵੈ। ਗੱਜ ਕੇ ਆਖੋ ਵਾਹਿਗੁਰੂ। ਹਾਂਜੀ, ਚੌਪਈ ਜੋ ਪੜ ਕਰ ਉਪਦੇਸ਼ ਬਤਾਵੈ। ਹੁਣ ਦੂਜੇ ਬੰਨੇ ਸੁਣ ਲਓ, ਜਿਹੜੇ ਪੜ੍ਹ ਕੇ ਹੀ ਮੇਰੇ ਵਰਗੇ ਕਥਾ ਸੁਣਾਈ ਜਾਂਦੇ ਆ। ਹਾਂਜੀ, ਆਪ ਨਹੀਂ ਸ਼ੁਭ ਕਰਮ ਕਮਾਵੈ। ਪਰ ਆਪ ਤੇ ਨਾਮ ਜਪ ਕੇ ਰਾਜੀ ਨਹੀਂ ਹੈਗੇ ਜੀ। ਆਪ ਤੇ ਨਾਮ ਨਹੀਂ ਜਪਦੇ, ਸ਼ੁਭ ਕਰਮ ਨਹੀਂ ਕਰਦੇ। ਹਾਂਜੀ, ਤਿਸ ਕੀ ਛਾਇਆ ਪਰਹਿ ਨ ਕਿਸ ਪੈ। ਮਹਾਰਾਜ ਕਹਿੰਦੇ ਉਹਨਾਂ ਦੀ ਗੱਲ ਕੋਈ ਨਹੀਂ ਸੁਣਦਾ, ਕਿਸੇ ਦਾ ਅਸਰ, ਕਿਸੇ ਉੱਤੇ ਅਸਰ ਨਹੀਂ ਹੁੰਦਾ ਉਹਨਾਂ ਦਾ ਜੀ। ਹਾਂਜੀ, ਸ਼ਰਵਨ ਕਰੇ ਕੁਛ ਹੋਏ ਨ ਤਿਸ ਪੈ। ਮਹਾਰਾਜ ਕਹਿਣ ਲੱਗੇ ਸੁਣਨਗੇ ਤੇ ਸਹੀ ਲੋਕ, ਇੱਥੇ ਨਹੀਂ ਅਸਰ ਕਰੇਗੀ ਗੱਲ, ਅਸਰ ਨਹੀਂ ਹੋਏਗਾ। ਸੁਣ ਲੈਣਗੇ ਵੀ ਚੰਗੀਆਂ ਗੱਲਾਂ ਸੁਣਾਉਂਦਾ ਹੈ, ਪਰ ਅਸਰ ਨਹੀਂ ਹੋਏਗਾ ਜੀ। ਬੋਲੋ ਵਾਹਿਗੁਰੂ। ਵਾਹਿਗੁਰੂ। ਹਾਂਜੀ, ਇਮ ਸਤਿਗੁਰ ਸੋ ਸਿੱਖ ਸਰਾਹੇ। ਇਸ ਤਰੀਕੇ ਨਾਲ ਸੱਚੇ ਪਾਤਸ਼ਾਹ ਨੇ ਉਹਨਾਂ ਸਿੱਖਾਂ ਦੀ ਤਾਰੀਫ ਕੀਤੀ ਗੁਰੂ ਅਰਜਨ ਦੇਵ ਜੀ ਨੇ। ਹਾਂਜੀ, ਜਿਨ ਕੋ ਪ੍ਰੇਮ ਗੁਰੂ ਪਗ ਮਾਹੇ। ਜਿਨ੍ਹਾਂ ਦਾ ਗੁਰੂ ਜੀ ਦੇ ਚਰਨਾਂ ਨਾਲ ਪ੍ਰੇਮ ਹੈ ਜੀ, ਜਿਨ੍ਹਾਂ ਦਾ ਗੁਰੂ ਜੀ ਦੇ ਚਰਨਾਂ ਨਾਲ ਪ੍ਰੇਮ ਹੈ ਜੀ। ਭਾਈ ਕਲਿਆਣਾ ਜੀ ਜਪਜੀ ਸਾਹਿਬ ਦਾ ਪਾਠ ਕਰਨ ਦਾ ਹੈ ਜੀ। ਇਹਨੂੰ ਧਿਆਨ ਨਾਲ ਸੁਣਿਓ ਸਾਰੇ। ਜਿਹੜਾ ਜੁੜਿਆ ਉਹ ਬਾਣੀ ਪੜ੍ਹੇਗਾ, ਉਹਦੇ ਮੂੰਹੋਂ ਬਾਣੀ ਇਉਂ ਲੱਗੇਗਾ ਜਿਵੇਂ ਫੁੱਲ ਘਿਰਦੇ ਆ ਜੀ। ਉਹਦੇ ਮੁਖੋਂ ਬਾਣੀ ਸੁਣ ਕੇ ਮਨ ਨੂੰ ਚੰਗਾ ਲੱਗੇਗਾ। ਰੁੱਖ ਦੇ ਹੇਠਾਂ ਬੈਠ ਕੇ ਭਾਈ ਕਲਿਆਣਾ ਜੀ ਜਪਜੀ ਸਾਹਿਬ ਦਾ ਪਾਠ ਕਰਨ ਦੇ। ਲੱਖੂ ਨਾਮ ਦਾ ਡਾਕੂ ਭਾਈ ਕਲਿਆਣੇ ਨੂੰ ਮਾਰਨ ਵਾਸਤੇ ਆਇਆ। ਉਹਨਾਂ ਚਿਰ ਨੂੰ ਭਾਈ ਸਾਹਿਬ ਪਾਠ ਕਰ ਰਹੇ ਸੀ, ਪੰਚ ਪ੍ਰਵਾਨ ਪੰਚ ਪ੍ਰਧਾਨ। ਸੰਗਤ ਜੀ, ਭਾਈ ਕਲਿਆਣਾ ਜੀ ਦੀ ਰਸਨਾ ਤੇ ਰਸ ਇੰਨਾ ਸੀਗਾ, ਡਾਕੂ ਦਾ ਮਨ ਬਦਲ ਗਿਆ। ਡਾਕੂ ਕਹਿ ਰਿਹਾ ਹੈ ਵੀ ਇਹ ਇੰਨੀ ਵਧੀਆ ਬਾਣੀ ਪੜ੍ਹ ਰਿਹਾ ਹੈ, ਇਹ ਬੰਦਾ ਮਾਰਨਾ ਨਹੀਂ ਚਾਹੀਦਾ। ਭਾਈ ਸਾਹਿਬ ਨੇ ਬਾਣੀ ਪੜ੍ਹ ਕੇ ਅੱਖਾਂ ਖੋਲੀਆਂ। ਜਦੋਂ ਅੱਖਾਂ ਖੋਲੀਆਂ, ਕਲਿਆਣਾ ਜੀ ਨੂੰ ਲੱਖੂ ਡਾਕੂ ਪੁੱਛਦਾ, ਕਹਿੰਦਾ ਦੱਸ ਤੂੰ ਕੀ ਬੋਲ ਰਿਹਾ ਸਾਂ। ਭਾਈ ਕਲਿਆਣਾ ਜੀ ਕਹਿੰਦੇ ਇਹ ਗੁਰੂ ਨਾਨਕ ਦੇਵ ਜੀ ਦੀ ਬਾਣੀ ਜਪਜੀ ਜੀ ਦਾ ਪਾਠ ਕਰ ਰਿਹਾ ਸਾਂ। ਕਹਿੰਦਾ ਅੱਛਾ, ਇੱਕ ਵਾਰੀ ਫਿਰ ਸੁਣਾ। ਫਿਰ ਪਾਠ ਕੀਤਾ ਜੀ। ਦੂਜੀ ਵਾਰੀ ਬਾਣੀ ਸੁਣ ਕੇ ਨਾ, ਹੁਣ ਕਮਾਈ ਸੀ ਅੰਦਰ, ਰਸਨਾ ਤੋਂ ਅੰਮ੍ਰਿਤ ਨਿਕਲਦਾ ਸੀਗਾ ਜੀ। ਜਦੋਂ ਦੂਸਰੀ ਵਾਰੀ ਪਾਠ ਸੁਣਿਆ, ਮਨ ਹੋਰ ਨੀਵਾਂ ਹੋ ਗਿਆ ਜੀ। ਕਹਿੰਦੇ ਤੇਰਾ ਗੁਰੂ ਕੌਣ ਹੈ? ਭਾਈ ਕਲਿਆਣਾ ਜੀ ਕਹਿੰਦੇ ਜੀ ਮੇਰਾ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਹੈ। ਭਾਈ ਲੱਖੂ ਜੀ ਕਹਿੰਦੇ ਫਿਰ ਮੈਨੂੰ ਲੈ ਕੇ ਚੱਲ। ਭਾਈ ਲੱਖੂ ਜੀ ਆਏ। ਗੁਰੂ ਸਾਹਿਬ ਅੰਤਰਜਾਮੀ ਸੱਚੇ ਪਾਤਸ਼ਾਹ ਕਹਿਣ ਲੱਗੇ ਭਾਈ ਕਲਿਆਣੇ ਨੂੰ, ਮਹਾਰਾਜ ਕਹਿੰਦੇ ਅੱਜ ਲੱਖੂ ਨੂੰ ਕਿੱਧਰ ਨਾਲ ਲਈ ਆਉਣਾ ਹੈ? ਗੁਰੂ ਸਾਹਿਬ ਨੂੰ ਤੇ ਨਾਮ ਪਤਾ ਸੀ। ਤੇ ਮਹਾਰਾਜ ਭਾਈ ਲੱਖੂ ਵੱਲ ਦ੍ਰਿਸ਼ਟੀ ਪਾ ਕੇ ਕਹਿੰਦੇ ਭਾਈ ਲੱਖੂ ਤੂੰ ਕੌਣ ਹੈ? ਤੇ ਭਾਈ ਲੱਖੂ ਹੱਥ ਜੋੜ ਕੇ ਕਹਿੰਦਾ ਮੈਂ ਡਾਕੂ ਆ ਕਹਿਣ ਲੱਗਾ। ਗੱਜ ਕੇ ਆਖੋ ਵਾਹਿਗੁਰੂ। ਮਹਾਰਾਜ ਕਹਿੰਦੇ ਅੱਧੀ ਗੱਲ ਬਣ ਗਈ ਤੇਰੀ। ਸੰਗਤ ਜੀ, 50% ਕੰਮ ਉਦੋਂ ਬਣ ਜਾਂਦਾ ਹੈ ਜਦੋਂ ਬੰਦਾ ਆਪਣੇ ਅੰਦਰ ਦਾ ਔਗੁਣ ਗੁਰੂ ਨੂੰ ਸਿੱਧਾ ਹੀ ਦੱਸ ਦਿੰਦਾ ਹੈ ਜੀ। ਮਹਾਰਾਜ ਕਹਿੰਦੇ ਸੇਵਾ ਕਰ, ਪੂਰਾ ਡਾਕੂ ਨਹੀਂ ਰਹੇਗਾ, ਸਿੱਖ ਬਣ ਜਾਏਗਾ।
ਹੁਣ ਭਾਈ ਲੱਖੂ ਜੀ ਨੇ ਤੇ ਕਲਿਆਣਾ ਜੀ ਨੂੰ ਮਾਰ ਦੇਣਾ ਸੀਗਾ, ਪਰ ਅੰਦਰ ਨਾਮ ਵਸਿਆ ਸੀ ਨਾ, ਬਾਣੀ ਵਸੀ ਸੀ ਭਾਈ ਕਲਿਆਣਾ ਜੀ ਦੇ ਮੁਖ ਚੋਂ ਵੀ ਅੰਮ੍ਰਿਤ ਹੀ ਨਿਕਲਦਾ ਸੀਗਾ ਜੀ। ਹਾਂਜੀ, ਸੁਨ ਅਪਰਨ ਗੁਣ ਸ਼ੁਭ ਔਰ ਧਾਰੇ। ਮਹਾਰਾਜ ਕਹਿਣ ਲੱਗੇ ਜਿਨ੍ਹਾਂ ਦਾ ਮਨ ਗੁਰੂ ਦੇ ਪ੍ਰੇਮ 'ਚ ਰੰਗਿਆ ਪਿਆ, ਜਿਹੜੇ ਮਨੋਂ ਪਿਆਰ ਕਰਦੇ ਆ, ਉਹਨਾਂ ਨੂੰ ਸੁਣ ਸੁਣ ਕੇ ਬੜੇ ਲੋਕ ਗੁਰੂ ਵਾਲੇ ਬਣ ਜਾਂਦੇ ਆ। ਹਾਂਜੀ, ਚਾਹੋਂ ਦਿਸ਼ ਮਹਿ ਗੁਰ ਕੋ ਜੈਕਾਰੇ। ਚਾਰੇ ਪਾਸੇ ਫਿਰ ਉਹ ਗੁਰੂ ਦੀ ਜੈ ਜੈਕਾਰ ਕਰਾਉਂਦੇ ਆ। ਚੰਗਾ ਵਿਦਿਆਰਥੀ ਮਾਸਟਰ ਨੂੰ ਸੋਭਾ ਦਿਵਾਉਂਦਾ ਹੈ, ਚੰਗੇ ਸਿੱਖ ਗੁਰੂ ਦੀ ਜੈ ਜੈਕਾਰ ਕਰਾਉਂਦੇ ਆ। ਹਾਂਜੀ, ਦੋਹਰਾ ਇਕ ਰਾਮਾ ਝੰਜੀ ਹੁਤੋ ਹੇਮੂ ਸੋਇਨੀ ਦੋਏ। ਸਾਧ ਸੰਗਤ ਜੀ, ਇਹ ਇੱਕ ਸੀ ਭਾਈ ਰਾਮਾ ਝੰਜੀ ਜੀ, ਇੱਕ ਨੇ ਭਾਈ ਹੇਮੂ ਸੋਇਨੀ ਜੀ। ਇਹ ਨਾਮ ਯਾਦ ਕਰਨੇ ਥੋੜੇ ਜਿਹੇ ਔਖੇ ਲੱਗਦੇ ਆ। ਹਾਂਜੀ, ਜੱਟੂ ਭੰਡਾਰੀ ਤ੍ਰਿਤੀ ਸ਼ਾਹ ਦਰੇ ਰਹਿ ਸੋਏ। ਪਰ ਚੇਤਾ ਰੱਖਿਆ ਕਰੋ, ਭਾਈ ਜੱਟੂ ਭੰਡਾਰੀ ਜੀ ਸ਼ਾਹਦਰੇ ਰਹਿੰਦੇ, ਸ਼ਾਹਦਰੇ ਇਲਾਕੇ ਦਾ ਨਾਂ ਹੈ। ਇਹ ਤਿੰਨੇ ਉੱਥੇ ਰਹਿੰਦੇ ਆ ਜੀ। ਹਾਂਜੀ, ਚੌਪਈ ਸ਼੍ਰੀ ਅਰਜਨ ਕੀ ਸ਼ਰਨੀ ਆਏ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਸ਼ਰਨ ਵਿੱਚ ਆਏ ਹਨ। ਪਦ ਅਰ ਬਿੰਦਨ ਸੀਸ ਨਿਵਾਏ। ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਦੇ ਚਰਨਾਂ ਵਿੱਚ ਤਿੰਨਾਂ ਨੇ ਆ ਕੇ ਸਿਰ ਝੁਕਾਇਆ, ਆਪਾਂ ਵੀ ਝੁਕਾਈਏ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ। ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਹਾਂਜੀ, ਪ੍ਰਸ਼ਨ ਕਰਿਓ ਹਮ ਸੁਨਤ ਹਮੇਸ਼। ਇਹ ਫਿਰ ਮਹਾਰਾਜ ਨੂੰ ਬੇਨਤੀ ਕਰਦੇ, ਸੱਚੇ ਪਾਤਸ਼ਾਹ ਹੀ ਬਾਣੀ ਬੜੀ ਸੁਣਦੇ ਆ, ਹਮੇਸ਼ਾ ਸੁਣਦੇ ਆ, ਸਦਾ ਹੀ ਸੁਣਦੇ ਆ। ਹਾਂਜੀ, ਕੀਰਤਨ ਕਥਾ ਰੁਚਿਰ ਉਪਦੇਸ਼। ਕੀਰਤਨ ਵੀ ਬੜਾ ਸੁਣਦੇ ਆ, ਕਥਾ ਵੀ ਬੜੀ ਸੁਣਦੇ ਆ। ਹਾਂਜੀ, ਉਰ ਮਹਿ ਨਹਿ ਠਹਿਰਹਿ ਠਹਿਰਾਏ। ਪਰ ਮਹਾਰਾਜ ਟਿਕਦਾ ਨਹੀਂ ਅੰਦਰ ਕੁਛ। ਉਹ ਗੱਲ ਹੋ ਗਈ ਧੌਣ ਮੁਰਾਰੀ ਵਾਲੀ ਜੀ। ਬਹੁਤਿਆਂ ਦਾ ਸੰਗਤ ਜੀ ਇਹ ਹਾਲ ਹੈ, ਬਹੁਤਿਆਂ ਦਾ। ਹਾਂਜੀ, ਕਿਮ ਕਲਿਆਣ ਅੰਤ ਕੋ ਪਾਏ। ਸੱਚੇ ਪਾਤਸ਼ਾਹ ਠਹਿਰਦਾ ਤੇ ਅੰਦਰ ਕੁਝ ਵੀ ਨਹੀਂ, ਸਾਡਾ ਭਲਾ ਕਿਵੇਂ ਹੋਵੇਗਾ। ਹਾਂਜੀ, ਸ਼੍ਰੀ ਮੁਖ ਤੇ ਸ਼ੁਭ ਬਾਕ ਬਖਾਨਾ। ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਫਿਰ ਦੱਸਣ ਲੱਗੇ ਜੀ ਉਹਨਾਂ ਨੂੰ। ਹਾਂਜੀ, ਪੂਰਬ ਸੁਨਹਿ ਪ੍ਰੇਮ ਕਰ ਕਾਨਾ। ਗੱਜ ਕੇ ਆਖੋ ਵਾਹਿਗੁਰੂ। ਮਹਾਰਾਜ ਕਹਿੰਦੇ ਕੋਈ ਨਹੀਂ, ਪ੍ਰੇਮ ਨਾਲ ਸੁਣਿਆ ਕਰੋ। ਕਹਿਣ ਲੱਗੇ ਨਹੀਂ ਵੀ ਕੁਝ ਠਹਿਰਦਾ ਨਾ, ਕੋਈ ਗੱਲ ਨਹੀਂ, ਪ੍ਰੇਮ ਨਾਲ ਸੁਣ ਤੇ ਲਿਆ ਕਰੋ ਜੀ। ਕਈ ਬੰਦੇ ਕਹਿੰਦੇ ਜੇ ਕਥਾ ਕੀਰਤਨ ਦਾ ਅਸਰ ਨਹੀਂ ਕਰਨਾ ਤੇ ਸੁਣੋ ਵੀ ਨਾ, ਪਰ ਨਹੀਂ ਸੰਗਤ ਜੀ, ਅਸਰ ਕਰਨਾ ਨਹੀਂ ਕਰਨਾ ਇਹ ਵੱਖਰੀ ਗੱਲ ਹੈ, ਸੁਣਨਾ ਨਾ ਹਟੋ। ਹਾਂਜੀ, ਕਰਹਿ ਮਨਨ ਨਿਦਿਆਸਨ ਫੇਰ। ਮਹਾਰਾਜ ਕਹਿੰਦੇ ਹੌਲੀ ਹੌਲੀ ਸੁਣੋ ਫਿਰ ਮੰਨੋ। ਮੰਨਣਾ ਕੀ ਵੀ ਇਹੋ ਹੀ ਗੱਲ ਸੱਚੀ ਹੈ। ਹੁਣ ਆਪਾਂ ਕਥਾ ਸੁਣ ਲਈ ਵੀ ਨਾਮ ਹੀ ਕੰਮ ਆਉਣਾ ਹੈ, ਬਾਣੀ ਕੰਮ ਆਉਣੀ, ਸੇਵਾ ਕੰਮ ਆਉਣੀ। ਮਨ 'ਚ ਸੋਚਦੇ ਰਹੋ ਇਹੋ ਗੱਲ ਸੱਚੀ ਹੈ, ਨਾਮ ਹੀ ਕੰਮ ਆਉਣਾ, ਨਾਮ ਹੀ ਕੰਮ ਆਉਣਾ। ਘਰ ਜਾ ਕੇ ਵਿਹਲੇ ਬੈਠੇ ਸੋਚਦੇ ਰਹੋ ਨਾਮ ਹੀ ਕੰਮ ਆਉਣਾ ਹੈ। ਇਹਨੂੰ ਮੰਨ ਲਿਆ, ਫਿਰ ਇਹਦੀ ਕਮਾਈ ਕਰਨ ਲੱਗ ਪਾਓ। ਇਹਨੂੰ ਮੰਨਣ ਲੱਗ ਪਾਓ ਜੀ ਵੀ ਮਨਾ ਨਾਮ ਜਪ ਲੈ, ਨਾਮ ਹੀ ਕੰਮ ਆਉਣਾ ਹੈ। ਹਾਂਜੀ, ਤਿੰਨ ਚੀਜ਼ਾਂ ਨੇ ਸੰਗਤ ਦੀ, ਸੁਣਨਾ, ਮੰਨਣਾ ਤੇ ਕਮਾਉਣਾ ਜੀ। ਤੁਸੀਂ ਕਥਾ ਸੁਣ ਲਈ ਜੀ, ਹੁਣ ਤੁਹਾਨੂੰ ਭਰੋਸਾ ਹੀ ਨਹੀਂ ਹੈਗਾ ਵੀ ਕਥਾ ਸਹੀ ਹੈ, ਦੱਸੋ ਫਿਰ ਕਮਾਓਗੇ ਕਿਵੇਂ? ਪਹਿਲਾਂ ਸੁਣਨਾ, ਫਿਰ ਮੰਨਣਾ, ਫਿਰ ਕਮਾਉਣਾ ਜੀ। ਹਾਂ, ਤੀਨੋਂ ਜਬ ਇਕੱਤਰ ਇਨਹੇਰ। ਮਹਾਰਾਜ ਕਹਿੰਦੇ ਜਦੋਂ ਤਿੰਨੋਂ ਇਕੱਠੇ ਹੋ ਜਾਣਗੇ ਨਾ, ਤਿੰਨੋਂ ਚੀਜ਼ਾਂ ਇਕੱਠੀਆਂ ਹੋ ਜਾਣਗੀਆਂ, ਹਾਂਜੀ, ਤਬ ਠਹਿਰਹਿ ਸਿੱਖ ਕੇ ਉਰ ਮਾਹੇ। ਫਿਰ ਕਥਾ ਕੀਰਤਨ ਯਾਦ ਹੋਣ ਲੱਗ ਪੈਂਦਾ ਹੈ। ਹੁਣ ਮੈਂ ਵਾਹਿਗੁਰੂ ਕਈ ਵਾਰੀ ਪ੍ਰੇਮੀਆਂ ਨੂੰ ਪੁੱਛ ਲੈਣਾ ਕੱਲ ਕੀ ਕਥਾ ਹੋਈ ਸੀ, ਚੇਤਾ ਹੀ ਨਹੀਂ ਹੁੰਦਾ ਜੀ। ਚੰਗੀ ਗੱਲ ਹੈ, ਸੁਣਦੇ ਹੈਗੇ ਆ, ਸਮਾਂ ਸਫਲਾ ਹੁੰਦਾ ਹੈ, ਚੇਤਾ ਨਹੀਂ ਰਹਿੰਦਾ ਜੀ। ਉਹ ਚੇਤਾ ਕਿਵੇਂ ਰਹੇਗਾ? ਚੇਤਾ ਸੰਗਤ ਜੀ ਉਦੋਂ ਰਹਿੰਦਾ ਜਦੋਂ ਘਰ ਜਾ ਕੇ ਉਹਨੂੰ ਵਿਚਾਰ ਕੀਤੀ ਜਾਵੇ, ਉਹਨੂੰ ਮੰਨੀਏ ਵੀ ਇਹ ਗੱਲ ਸਹੀ ਹੈਗੀ ਹੈ, ਮੇਰੇ ਫਾਇਦੇ 'ਚ ਹੈਗੀ ਹੈ, ਫਿਰ ਬੰਦਾ ਮੰਨਣ ਲੱਗ ਪੈਂਦਾ ਜੀ। ਮਤਲਬ ਉਸ ਗੱਲ ਦੀ ਥਾਂ ਬਣਾਉਣੀ ਆਪਣੇ ਮਨ 'ਚ। ਹਾਂਜੀ,
ਰਹਿ ਵਿਚਾਰਤ ਬਿਸਰਹਿ ਨਾਹੇ। ਮਹਾਰਾਜ ਕਹਿੰਦੇ ਜਦੋਂ ਵਿਚਾਰਦੇ ਰਹੋਗੇ ਫਿਰ ਵਿਸਰੇਗੀ ਨਹੀਂ, ਭੁੱਲੇਗੀ ਨਹੀਂ। ਹਾਂਜੀ, ਰੱਟਾ ਨਹੀਂ ਲਾਉਣਾ, ਵਿਚਾਰ ਕਰਨਾ ਹੀ ਹੈ। ਹਾਂਜੀ, ਸ਼ਰਵਨ ਕਰਨ ਹੈ ਦੋਏ ਪ੍ਰਕਾਰ। ਮਹਾਰਾਜ ਕਹਿੰਦੇ ਹੁਣ ਸੁਣਨਾ ਵੀ ਦੋ ਤਰ੍ਹਾਂ ਦਾ, ਸਭ ਤੋਂ ਪਹਿਲਾਂ ਸੁਣਨਾ ਹੀ ਹੈ ਨਾ, ਫਿਰ ਮੰਨਣਾ, ਫਿਰ ਕਮਾਉਣਾ। ਗੱਜ ਕੇ ਆਖੋ ਵਾਹਿਗੁਰੂ। ਸੁਣਨਾ ਦੋ ਤਰ੍ਹਾਂ ਦਾ ਹੈ। ਹਾਂਜੀ, ਸੁਨਹਿ ਸਥਿਤ ਸਤ ਸੰਗ ਮਝਾਰ। ਮਹਾਰਾਜ ਕਹਿੰਦੇ ਉਹ ਕਿਹੜਾ? ਸਤ ਸੰਗਤ ਵਿੱਚ ਜਾ ਕੇ ਆਰਾਮ ਨਾਲ ਬੈਠ ਕੇ ਕਥਾ ਸੁਣੇ, ਜਿਵੇਂ ਤੁਸੀਂ ਸੁਣ ਰਹੇ ਹੋ। ਹਾਂਜੀ, ਮਨ ਦਹਿ ਦਿਸ਼ ਮਹਿ ਦੌੜਤ ਫਿਰੈ। ਪਰ ਹੁਣ ਬੈਠੇ ਤੇ ਹੈਗੇ ਆ, ਪਰ ਗੁਰੂ ਅਰਜਨ ਦੇਵ ਜੀ ਕਹਿੰਦੇ ਮਨ ਬੜੇ ਪਾਸੇ ਦੌੜਦਾ। ਸੰਗਤ ਜੀ ਜਿਹਦਾ ਮਨ ਦੌੜਦਾ ਨਾ, ਉਹਦੇ ਚਿਹਰੇ ਤੋਂ ਹੀ ਪਤਾ ਲੱਗ ਜਾਂਦਾ ਵੀ ਇਹਦਾ ਕਥਾ 'ਚ ਧਿਆਨ ਨਹੀਂ ਹੈਗਾ। ਆਖੋ ਵਾਹਿਗੁਰੂ। ਵਾਹਿਗੁਰੂ। ਇਹਦਾ ਧਿਆਨ ਹੋਰ ਕਿਤੇ ਹੈਗਾ, ਪਤਾ ਲੱਗ ਜਾਂਦਾ ਜੀ। ਮਹਾਰਾਜ ਕਹਿਣ ਲੱਗੇ ਫਿਰ ਹੁਣ ਬੰਦਾ ਬਹਿ ਜਾਂਦਾ, ਮਨ ਨਹੀਂ ਵਿੱਚ ਹੁੰਦਾ। ਹਾਂਜੀ, ਕਹਾਂ ਕਹੇ ਕੁਛ ਹਿਰਦੈ ਨਾ ਧਰੈ। ਕੀ ਕਿਹਾ ਕੁਛ ਪਤਾ ਹੀ ਨਹੀਂ, ਤੇ ਮਨ 'ਚ ਕੀ ਧਾਰਨ ਕਰਨਾ ਜੀ? ਮਨ 'ਚ ਕੀ ਧਾਰਨ ਕਰਨਾ? ਹਾਂਜੀ, ਤਨਕ ਪੁੰਨ ਇਸ ਸ਼ਰਵਨ ਬਖਾਨ। ਮਹਾਰਾਜ ਕਹਿਣ ਲੱਗੇ ਇਸ ਸੁਣੇ ਦਾ ਵੀ ਫਲ ਹੈਗਾ, ਪਰ ਥੋੜਾ ਹੈਗਾ ਜੀ। ਤੁਸੀਂ ਆ ਗਏ, ਬਹਿ ਗਏ, ਸੁਣੀ ਜਾਂਦੇ ਹੋ, ਮਨ ਕਿਤੇ ਹੋਰ ਹੀ ਹੈ, ਘਰ ਵਿੱਚ ਹੀ ਹੈ, ਫਲ ਤੇ ਮਿਲੇਗਾ, ਥੋੜਾ ਮਿਲੇਗਾ। ਹਾਂਜੀ, ਜਾਨੋ ਭੂਤਨ ਅਗਨ ਸਮਾਨ। ਗੱਜ ਕੇ ਆਖੋ ਵਾਹਿਗੁਰੂ। ਮਹਾਰਾਜ ਕਹਿੰਦੇ ਭੂਤਾਂ ਦੀ ਅਗਨੀ ਦੇ ਸਮਾਨ ਹੀ ਇਹਦਾ ਫਲ ਹੈਗਾ, ਤੇ ਭੂਤਾਂ ਦੀ ਅੱਗ ਦੇ ਬਰਾਬਰ। ਹਾਂਜੀ, ਪਾਪ ਦਗਦ ਨਹਿ ਇਸ ਤੇ ਹੋਏ। ਜਿਹੜੀ ਭੂਤਾਂ ਦੀ ਅੱਗ ਹੈ, ਇਹਦੇ ਨਾਲ ਪਾਪ ਨਹੀਂ ਨਾਸ ਹੁੰਦੇ ਜੀ। ਹਾਂਜੀ, ਇੱਕ ਮਨ ਹੋਏ ਸੁਨਹਿ ਸਿੱਖ ਜੋਏ। ਪਰ ਜਿਹੜਾ ਭੂਤਾਂ ਦੀ ਅੱਗ ਕਿਹੜੀ ਨਜ਼ਰ ਆਉਂਦੀ ਕਿਸੇ ਨੂੰ ਜੀ? ਭੂਤਾਂ ਦੀ ਅੱਗ ਹੀ ਹੈ ਨਾ, ਹਵਾਈ ਫੈਰ ਹੀ ਹੈ ਨਾ। ਪਰ ਮਹਾਰਾਜ ਕਹਿੰਦੇ ਜਿਹੜੇ ਫਿਰ ਸੰਗਤ 'ਚ ਬਹਿ ਜਾਂਦੇ ਆ, ਇੱਕ ਮਨ ਇੱਕ ਚਿੱਤ ਹੋ ਕੇ ਉਹ ਜਪਦੇ ਆ, ਸੁਣਦੇ ਆ। ਕੱਲ ਅਸੀਂ ਨਾ ਜੀ ਦਰਬਾਰ ਸਾਹਿਬ ਉਹ ਨਮਸਕਾਰ ਕਰਕੇ ਆਉਂਦੇ, ਤੇ ਦਰਬਾਰ ਸਾਹਿਬ ਦੇ ਪੁਰਾਣੇ ਸਿੰਘ ਸਾਹਿਬ ਹੈਗੇ ਜੀ। ਹਾਂਜੀ, ਸਿੰਘ ਸਾਹਿਬ ਗਿਆਨੀ ਮੋਹਨ ਸਿੰਘ ਜੀ, ਰਾਗੀ ਸਿੰਘਾਂ ਦੇ ਮਗਰ ਬੈਠੇ ਹੁੰਦੇ, ਹੈੱਡ ਗ੍ਰੰਥੀ ਰਹੇ ਹਰਿਮੰਦਰ ਸਾਹਿਬ ਦੇ। ਤੇ ਅਸੀਂ ਹਰਿਮੰਦਰ ਸਾਹਿਬੋਂ ਨਮਸਕਾਰ ਕਰਕੇ ਆ ਰਹੇ ਸਾਂ, ਤੇ ਉਹ ਇੱਕ ਕਮਰੇ 'ਚ ਬੈਠੇ ਬਾਣੀ ਪੜ੍ਹ ਰਹੇ ਹੈਗੇ ਜੀ। ਮੈਂ ਵੇਖਿਆ ਜੀ ਉਹਨਾਂ ਦੇ ਬਾਣੀ ਪੜ੍ਹਦਿਆਂ ਦੇ ਦਰਸ਼ਨ ਕੀਤੇ ਜੀ, ਕਮਾਲ ਸੀਗੀ, ਭੁੱਖਾਂ ਉਤਰਦੀਆਂ ਸੀ ਉਹਨਾਂ ਦੇ ਦਰਸ਼ਨ ਕਰਕੇ ਜੀ। ਪਤਾ ਕਿਵੇਂ ਪੜ੍ਹਨ ਦਾ ਇਹੀ ਬਾਣੀ ਆ? ਅੱਖਾਂ ਬੜੀਆਂ ਘਰੋੜ ਕੇ ਬੰਦ ਕੀਤੀਆਂ ਜੀ ਉਹਨਾਂ ਨੇ ਜੀ, ਤੇ ਬੋਲ ਕੇ ਬਾਣੀ ਪੜ੍ਹਨ ਦਾ ਸੀ। ਹੁਣ ਪਹਿਲੀ ਗੱਲ ਹੈ ਵੀ ਬਾਣੀ ਯਾਦ ਹੈ ਜੀ ਉਹਨਾਂ ਨੂੰ, ਅੱਖਾਂ ਬੰਦ ਹੈ। ਅਸੀਂ ਲਾਗੇ ਖਲੋਤੇ, 2-3 ਵਾਰੀ ਕਮਰੇ 'ਚੋਂ ਅੰਦਰ ਆਏ, 2-3 ਵਾਰੀ ਬਾਹਰ ਗਏ, ਉਹਨਾਂ ਨੂੰ ਨਹੀਂ ਪਤਾ ਵੀ ਕੌਣ ਆਇਆ ਤੇ ਕੌਣ ਗਿਆ ਜੀ। ਉਹ ਬਾਣੀ ਪੜ੍ਹੀ ਜਾਂਦੇ ਸੀ ਆਪਣੀ ਜੀ। ਇਹਨੂੰ ਕਹਿੰਦੇ ਇੱਕ ਮਨ ਇੱਕ ਚਿੱਤ ਹੋ ਕੇ ਕਰਨਾ ਜੀ। ਮਹਾਰਾਜ ਕਹਿੰਦੇ ਸੰਗਤ ਵਿੱਚ ਆ ਕੇ ਇੱਕ ਮਨ ਇੱਕ ਚਿੱਤ ਹੋ ਕੇ ਜਿਹੜਾ ਸੁਣਦਾ ਹੈ, ਹਾਂਜੀ, ਸੋ ਚੁੱਲ੍ਹੇ ਕੀ ਅਗਨ ਵਿਚਾਰ। ਉਹ ਸਮਝੋ ਚੁੱਲ੍ਹੇ ਦੀ ਅੱਗ ਹੈ। ਹਾਂਜੀ, ਸਭ ਕਾਰਜ ਕੋ ਦੇਤ ਸਵਾਰ। ਗੱਜ ਕੇ ਆਖੋ ਵਾਹਿਗੁਰੂ। ਚੁੱਲ੍ਹੇ ਦੀ ਅੱਗ ਨਾਲ ਹੀ ਘਰ ਦਾ ਖਾਣਾ ਬਣਦਾ ਜੀ, ਉਹੋ ਹੀ ਕੰਮ ਸਵਾਰਦੀ ਹੈ। ਹਾਂਜੀ, ਜੇਕਰ ਤਿਸ ਪਰ ਜਲ ਦੇ ਪਾਏ। ਹਾਂਜੀ, ਬੁਝੇ ਤੁਰਤ ਨਹਿ ਤਪਤ ਰਹਾਏ। ਮਹਾਰਾਜ ਕਹਿੰਦੇ ਚੁੱਲ੍ਹੇ ਦੀ ਅੱਗ ਤੇ ਬੰਦਾ ਪਾਣੀ ਵੀ ਪਾ ਦੇ ਨਾ, ਭੂਤਾਂ ਦੀ ਅੱਗ ਤੇ ਬੁਝ ਜੇਗੀ ਉਸੇ ਵੇਲੇ, ਪਰ ਚੁੱਲ੍ਹੇ ਦੀ ਅੱਗ ਤੇ ਪਾਣੀ ਪਾ ਦਈਏ ਬੁਝ ਤੇ ਜਾਏਗੀ, ਪਰ ਅੰਦਰ ਗਰਮੈਸ਼ ਹੋਏਗੀ ਲੱਕੜਾਂ ਦੇ ਜੀ, ਕਿਉਂ? ਉਹ ਨਿੱਗਰ ਅੱਗ ਹੈਗੀ ਹੈ ਜੀ। ਪਿੰਡਾਂ ਦੇ ਬੈਠੇ ਹੋ ਤੁਸੀਂ, ਚੁੱਲ੍ਹਾ ਬਾਲਦੇ ਰਹੇ ਹੋ। ਹਾਂਜੀ, ਤਿਮ ਘਰ ਕੇ ਕਾਰਜ ਪਰ ਜਾਏ। ਹਾਂਜੀ, ਸਤ ਨਾਮ ਕੋ ਦੇ ਬਿਸਰਾਏ। ਮਹਾਰਾਜ ਕਹਿੰਦੇ ਬਸ ਚੇਤਾ ਰੱਖਿਓ, ਜਦੋਂ ਕੋਈ ਧਿਆਨ ਨਾਲ ਸੁਣਦਾ ਉਹਦੇ ਨਾਲ ਪਾਪ ਦੂਰ ਹੁੰਦੇ ਆ। ਜਿਵੇਂ ਚੁੱਲ੍ਹੇ ਦੀ ਅੱਗ ਤੇ ਕੰਮ ਸੌਰਦੇ ਆ ਨਾ, ਉਵੇਂ ਬੰਦੇ ਦੇ ਅਧਿਆਤਮਿਕ ਕੰਮ ਸੌਰਦੇ ਆ। ਤਿਮ ਘਰ ਕੇ ਕਾਰਜ ਪਰ ਜਾਏ। ਹੁਣ ਘਰ ਦੇ ਕੰਮ ਵੀ ਇਸੇ ਤਰ੍ਹਾਂ,
ਸਤਨਾਮ ਕੋ ਦੇ ਬਿਸਰਾਏ। ਗੱਜ ਕੇ ਆਖੋ ਵਾਹਿਗੁਰੂ। ਜਦੋਂ ਘਰ ਦੇ ਕਾਰਜਾਂ 'ਚ ਬੰਦਾ ਲੱਗਾ ਹੁੰਦਾ, ਸਤਨਾਮ ਨੂੰ ਭੁਲਾਇਆ ਹੁੰਦਾ, ਰੱਬ ਦੇ ਨਾਮ ਨੂੰ ਭੁਲਾਇਆ ਹੁੰਦਾ ਹੈ। ਹਾਂਜੀ। ਸ਼ਰਵਨ ਪਿਛਾਰੀ ਮਨਨ ਜੇ ਹੋਏ, ਹਾਂਜੀ। ਪਾਵਕ ਤੜਤਾ ਕੀ ਸਮ ਸੋਏ। ਗੱਜ ਕੇ ਆਖੋ ਵਾਹਿਗੁਰੂ। ਮਹਾਰਾਜ ਕਹਿਣ ਲੱਗੇ ਇੱਕ ਹੋਰ ਅੱਗ ਹੈਗੀ ਜੇ। ਵੇਖੋ ਬੜੀਆਂ ਬੜੀਆਂ ਕਮਾਲ ਦੀਆਂ ਗੱਲਾਂ ਮਹਾਰਾਜ ਕਰਨ ਦੇ, ਜੇ ਤੁਸੀਂ ਧਿਆਨ ਨਾਲ ਸੁਣਨ ਦੇ ਤੇ ਤੁਹਾਨੂੰ ਸਮਝ ਆ ਰਹੀਆਂ ਨੇ ਜੀ। ਇੱਕ ਅੱਗ ਹੈ ਭੂਤਾਂ ਦੀ, ਉਹ ਬਸ ਜਿੰਨਾ ਕਹੀਂ ਸੁਣਦੇ ਉਨੀ ਹੈ। ਇੱਕ ਅੱਗ ਹੈ ਚੁੱਲ੍ਹੇ ਦੀ, ਧਿਆਨ ਨਾਲ ਸੁਣੋ ਸਮਝੋ, ਚੁੱਲ੍ਹੇ ਦੀ ਅੱਗ ਹੈ। ਇੱਕ ਅੱਗ 'ਚ ਅਸਮਾਨ 'ਚੋਂ ਡਿੱਗਦੀ ਜਿਹਨੂੰ ਬਿਜਲੀ ਕਹਿੰਦੇ ਆ ਜੀ। ਗੱਜ ਕੇ ਆਖੋ ਵਾਹਿਗੁਰੂ। ਸ਼ਰਵਣ ਪਛਾਰੀ ਮਨਨ ਜੇ ਹੋਏ। ਸੁਣ ਲਿਆ, ਹੁਣ ਇਹਨੂੰ ਮੰਨਿਆ ਵੀ ਜੋ ਕਥਾ ਹੋ ਰਹੀ ਸੀ ਸਹੀ ਹੋ ਰਹੀ ਹੈਗੀ ਜੀ, ਨਾਮ ਹੀ ਕੰਮ ਆਉਣਾ। ਇਹਨੂੰ ਮੰਨਿਆ। ਹਾਂਜੀ। ਜਲ ਅਸੰਖ ਮਹਿ ਬਾਸੋ ਤਾਹੇ, ਪਾਵਕ ਤੜਤਾ ਕੀ ਸਮ ਸੋਏ। ਮਹਾਰਾਜ ਕਹਿੰਦੇ ਉਹ ਬਿਜਲੀ ਦੀ ਅੱਗ ਦੇ ਸਮਾਨ ਹੈ। ਹਾਂਜੀ। ਜਲ ਅਸੰਖ ਮਹਿ ਬਾਸੋ ਤਾਹੇ, ਹਾਂਜੀ। ਤੇਜ ਹਾਨ ਕਰ ਬੁਝੇ ਸੋ ਨਾਹੇ। ਮਹਾਰਾਜ ਕਹਿੰਦੇ ਫਿਰ ਕਿੰਨਾ ਜਲ ਹੋਵੇ ਜਦੋਂ ਉੱਥੇ ਵੀ ਪੈ ਜੇ, ਤੇ ਮਹਾਰਾਜ ਕਹਿੰਦੇ ਫਿਰ ਉੱਥੇ ਵੀ ਅਗਨੀ ਲਾ ਦਿੰਦੀ ਆ ਉਹ। ਹਾਂਜੀ। ਕਰ ਕੈ ਸ਼ਰਵਨ ਜੋ ਧਰਹਿ ਵਿਚਾਰੇ, ਹਾਂਜੀ। ਕਾਜ ਕਰਤ ਸੋ ਨਹੀਂ ਵਿਸਾਰੇ। ਮਹਾਰਾਜ ਕਹਿੰਦੇ ਹੁਣ ਜਿਹੜਾ ਸ਼ਰਵਣ ਕਰ ਲੇ, ਮੰਨਣ ਕਰੇ, ਗੱਲ ਨੂੰ ਮੰਨੇ, ਤੇ ਘਰ ਦੇ ਕੰਮ ਕਰਦਿਆਂ ਵੀ ਵਾਹਿਗੁਰੂ 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 ਵਾਹਿਗੁਰੂ। ਸੰਗਤ ਜੀ ਗੱਜ ਕੇ ਵਾਹਿਗੁਰੂ ਵਾਹਿਗੁਰੂ। ਮੈਂ ਉਸ ਦਿਨ ਵੀ ਬੇਨਤੀ ਕੀਤੀ ਸੀ, ਨੇਮ ਬਣਾ ਲਓ, ਭਾਵੇਂ ਪੱਗ ਬੰਨ੍ਹਦਿਆਂ ਹੀ ਵਾਹਿਗੁਰੂ ਵਾਹਿਗੁਰੂ ਕਰ ਲਓ, ਆਟਾ ਗੁੰਨਦੀਆਂ ਵਾਹਿਗੁਰੂ ਵਾਹਿਗੁਰੂ ਕਰ ਲਓ, ਚਾਹ ਬਣਾਉਂਦੀਆਂ ਵਾਹਿਗੁਰੂ ਵਾਹਿਗੁਰੂ ਕਰ ਲਓ, ਦੁੱਧ ਗਰਮ ਕਰਦੀਆਂ ਵਾਹਿਗੁਰੂ ਵਾਹਿਗੁਰੂ ਕਰ ਲਓ। ਮਹਾਰਾਜ ਕਹਿੰਦੇ ਪਹਿਲਾਂ ਮੰਨਣਾ ਹੈ ਵੀ ਇਹ ਫਾਇਦੇਮੰਦ ਚੀਜ਼ ਹੈਗੀ ਹੈ। ਜਦੋਂ ਫਾਇਦਾ ਨਜ਼ਰ ਆਇਆ, ਫਿਰ ਮਹਾਰਾਜ ਕਹਿੰਦੇ ਜਦੋਂ ਘਰ ਦੇ ਕੰਮਕਾਰ ਕਰਦੇ ਆ ਵੀ ਬੰਦਾ ਨਾਮ ਜਪਣ ਲੱਗ ਪੈਂਦਾ ਨਾ। ਹਾਂਜੀ। ਰਾਖੈ ਸਿਮਰਨ ਸੋ ਸਭ ਕਾਲ, ਹਰ ਸਮੇਂ ਹੀ ਫਿਰ ਸਿਮਰਨ ਕਰਦਾ ਰਹਿੰਦਾ ਹੈ, ਹਰ ਸਮੇਂ ਹੀ ਸਿਮਰਨ ਕਰਦਾ ਰਹਿੰਦਾ ਹੈ। ਹਾਂਜੀ। ਜੇ ਨਿਦ ਆਸਨ ਕਰਹਿ ਸੰਭਾਲ। ਮਹਾਰਾਜ ਕਹਿੰਦੇ ਉਹਨੂੰ ਨਿਧਿਆਸਣ ਕਹਿੰਦੇ, ਕਮਾਈ ਕਰਨੀ ਕਹਿੰਦੇ ਆ। ਪਹਿਲਾਂ ਸੁਣਿਆ, ਫਿਰ ਮੰਨਿਆ, ਫਿਰ ਕਮਾਈ ਕੀਤੀ ਜੀ। ਹਾਂਜੀ। ਸੁਨਹਿ ਵਿਚਾਰਹਿ ਲਗਿਓ ਕਮਾਵਨ, ਹਾਂਜੀ। ਤਨ ਮਨ ਤੇ ਹੋਵਹਿ ਬਹੁ ਪਾਵਨ। ਸੁਣ ਕੇ, ਵਿਚਾਰ ਕੇ, ਮੰਨਣ ਕਰਕੇ ਨਿਧਿਆਸਣ ਕਰਦਾ ਹੈ, ਕਮਾਈ ਕਰਦਾ ਹੈ, ਉਸ ਬੰਦੇ ਦਾ ਸਰੀਰ ਵੀ ਪਵਿੱਤਰ ਹੋ ਜਾਂਦਾ ਹੈ ਤੇ ਮਨ ਵੀ ਪਵਿੱਤਰ ਹੋ ਜਾਂਦਾ ਹੈ। ਆਖੋ ਵਾਹਿਗੁਰੂ। ਧੰਨ ਧੰਨ ਬਾਬਾ ਬੁੱਢਾ ਜੀ ਜੈਸੇ ਸਿੱਖਾਂ ਦੇ ਸਰੀਰ ਵੀ ਪਵਿੱਤਰ ਹੋ ਗਏ, ਸਾਧ ਸੰਗਤ ਜੀ, ਮਨ ਵੀ ਪਵਿੱਤਰ ਹੋ ਗਏ, ਉਹਨਾਂ ਦੇ ਸਰੀਰ ਵੀ ਪਵਿੱਤਰ ਹੋ ਗਏ। ਕਿਉਂ? ਉਹਨਾਂ ਸੁਣਿਆ ਵੀ, ਉਹਨਾਂ ਮੰਨਿਆ ਵੀ, ਉਹਨਾਂ ਕਮਾਈ ਵੀ ਕੀਤੀ ਜੀ। ਆਪਾਂ ਬਹੁਤੇ ਸੁਣਨ ਤੱਕ ਸੀਮਤ ਰਹਿ ਜਾਂਦੇ ਆ, ਮੰਨਦੇ ਨਹੀਂ ਜੀ। ਤੇ ਜੇ ਮੰਨਣ 'ਚ ਵੀ ਆ ਗਏ, ਪਤਾ ਵੀ ਹੈ ਨਾਮ ਬਹੁਤ ਫਾਇਦੇਮੰਦ ਹੈ, ਸੱਚੀ ਗੱਲ ਮੈਂ ਦੱਸਦਾ, ਕਮਾਈ ਨਹੀਂ ਹੁੰਦੀ ਸਾਡੇ ਕੋਲੋਂ ਜੀ, ਕਮਾਈ ਨਹੀਂ ਹੁੰਦੀ। ਘਰ ਦੇ ਕੰਮਾਂ ਕਾਰਾਂ ਨੇ ਹੀ ਇਹੋ ਜਿਹਾ ਉਲਝਾਇਆ ਹੁੰਦਾ ਬੰਦੇ ਕੋਲੋਂ, ਕਮਾਈ ਨਹੀਂ ਹੁੰਦੀ ਜੀ। ਸੋ ਬੜਵਾਨਲ ਭਈ ਪ੍ਰਕਾਸ਼, ਰਹਿ ਸਿੰਧ ਜਲ ਕਰਹਿ ਬਿਨਾਸ਼। ਗੱਜ ਕੇ ਆਖੋ ਵਾਹਿਗੁਰੂ। ਤੇ ਮਹਾਰਾਜ ਕਹਿਣ ਲੱਗੇ ਜਦੋਂ ਬੰਦਾ ਕਮਾਈ ਕਰਦਾ ਹੈ ਨਾ, ਉਹ ਸਮਝੋ ਸੋ ਬੜਵਾ ਨਲ ਭਈ ਪ੍ਰਕਾਸ਼, ਉਹ ਸਮਝੋ ਬੜਵਾ ਨਲ ਅਗਨੀ ਹੈ, ਰਹਿ ਜਲ ਸਿੱਧ ਕਰਹਿ ਬਿਨਾਸ਼। ਬੜਵਾ ਨਲ ਕਿਹੜੀ ਅਗਨੀ ਹੁੰਦੀ ਭਲਾ? ਜਿਹੜੀ ਸਮੁੰਦਰ 'ਚ ਹੁੰਦੀ ਹੈ। ਰੱਬ ਦੀ ਖੇਡ ਬੜੀ ਨਿਹਾਰੀ ਹੈ, ਸਮੁੰਦਰ 'ਚ ਵੀ ਅੱਗ ਹੈਗੀ 'ਚ। ਤੁਸੀਂ ਕਹੋਗੇ ਉਹ ਕਿਵੇਂ? 9,999 ਨਦੀਆਂ ਜਿਹੜੀਆਂ ਉਹ ਸਮੁੰਦਰ 'ਚ ਪੈਂਦੀਆਂ, ਲਗਾਤਾਰ ਪੈ ਰਹੀਆਂ। ਜਿਸ ਥਾਂ ਤੇ ਲਗਾਤਾਰ ਪਾਣੀ ਪੈ ਰਿਹਾ ਹੋਵੇ, ਉਹ ਥਾਂ ਬਹੁਤ ਭਰ ਜਾਂਦੀ ਹੈ, ਉਛਾਲੇ ਮਾਰਦੀ ਹੈ। ਹਾਂਜੀ। ਇਸ ਹਿਸਾਬ ਨਾਲ ਤੇ ਸਮੁੰਦਰ ਦਿਨੋਂ ਦਿਨ ਵੱਧਦਾ ਜਾਵੇ ਜੀ।
ਪਰ ਸਮੁੰਦਰ ਇੱਕ ਰਸ ਰਹਿੰਦਾ ਹੈ ਜੀ। ਪਤਾ ਕਿਉਂ ਜੀ? ਰੱਬ ਨੇ ਸਮੁੰਦਰ 'ਚ ਅੱਗ ਰੱਖੀ ਹੋਈ ਹੈ ਜੀ। ਉਹ ਅੱਗ ਪਾਣੀ ਸੋਖ ਵੀ ਲੈਂਦੀ ਹੈ, ਉਹਦਾ ਲੈਵਲ ਬਰਾਬਰ ਰੱਖਦੀ ਹੈ। ਆਪ ਨਹੀਂ ਬੁੱਝਦੀ, ਅੰਦਰ ਹੀ ਰਹਿੰਦੀ ਹੈ, ਉਹਦਾ ਲੈਵਲ ਬਰਾਬਰ ਰੱਖਦੀ ਹੈ। ਮਹਾਰਾਜ ਕਹਿੰਦੇ ਕਮਾਈ ਕਰਨੀ ਬੜਵਾ ਨਾਲ ਅਗਨੀ ਦੇ ਬਰਾਬਰ ਹੈਗੀ ਹੈ। ਹਾਂਜੀ। ਜਲ ਬ੍ਰਿੰਦਨ ਤੇ ਬੁਝੇ ਸੋ ਨਾਹੇ। ਮਹਾਰਾਜ ਕਹਿੰਦੇ ਹੋਰ ਅੱਗ ਤੇ ਪਾਣੀ ਪਾਇਆ ਵੀ ਬੁੱਝ ਜੇਗੀ, ਪਰ ਆਹ ਅੱਗ ਪਾਣੀ ਦੇ ਵਿੱਚ ਰਹਿ ਕੇ ਵੀ ਜਗਦੀ ਰਹਿੰਦੀ ਹੈ। ਹਾਂਜੀ। ਜਲ ਪਾਪਨ ਨਿਤ ਕਰਤੀ ਦਾਹੇ। ਗੱਜ ਕੇ ਆਖੋ ਵਾਹਿਗੁਰੂ। ਹਾਂ, ਜਲ ਦੇ ਵਿੱਚ ਜਿਹੜੀ ਖਰਾਬੀ ਹੈ ਉਹਨੂੰ ਦੂਰ ਕਰਦੀ ਹੈ। ਇਸੇ ਤਰ੍ਹਾਂ ਨਿਧਿਆਸਣ ਰੂਪੀ ਜਿਹੜਾ ਜਲ ਹੈ ਉਹ ਪਾਪਾਂ ਨੂੰ ਨਾਸ਼ ਕਰ ਦਿੰਦਾ, ਕਹਿਣ ਲੱਗੇ। ਹਾਂਜੀ। ਤਥਾ ਸਥਿਰ ਹੋਵਹਿ ਨਿਤ ਗਿਆਨ। ਹਾਂਜੀ। ਸ਼੍ਰੀ ਸਤਿਗੁਰ ਤੇ ਸੁਨ ਕਰ ਕਾਨ। ਹਾਂਜੀ। ਔਰ ਸਾਖਿਆਤ ਕਰ ਜਿਨ ਕੀਨਾ। ਹਾਂਜੀ। ਨਭ ਸਮ ਸਭ ਮਹਿ ਬ੍ਰਹਮ ਸੋ ਚੀਨਾ। ਸੋ ਮਹਾਰਾਜ ਗਰੀਬ ਨਵਾਜ ਕਹਿਣ ਲੱਗੇ ਇਸੇ ਤਰ੍ਹਾਂ ਭਾਈ ਸਿੱਖੋ, ਜਿਹਦੇ ਅੰਦਰ ਗਿਆਨ ਸਥਿਰ ਹੋ ਗਿਆ, ਜਿਹਨੇ ਖੂਬ ਕਮਾਈ ਕੀਤੀ, ਉਹਨੇ ਅੰਦਰ ਬਾਹਰ ਰੱਬ ਨੂੰ ਸਾਖਿਆਤ ਕਰ ਲਿਆ, ਰੱਬ ਨੂੰ ਪ੍ਰਗਟ ਕਰ ਲਿਆ। ਕਮਾਈ ਦੀ ਖੇਡ ਹੈ, ਕਮਾਈ ਦਾ ਹੀ ਵਿਸ਼ਾ ਹੈ। ਸੋ ਮਹਾਰਾਜ ਕੀ ਕਹਿੰਦੇ ਅੱਗੇ ਪੜੋ। ਯਾਂਤੇ ਪ੍ਰਥਮ ਸ਼ਰਵਨ ਤੁਮ ਕਰੋ। ਇਸ ਕਰਕੇ ਭਾਈ ਪਹਿਲਾਂ ਸੁਣਿਆ ਹੀ ਕਰੋ, ਆ ਕੇ ਸੁਣਿਆ ਹੀ ਕਰੋ। ਮਹਾਰਾਜ ਕਹਿੰਦੇ ਨਾ, ਸੁਣ ਸੁਣ ਨਾਮ ਤੁਮਾਰਾ ਪ੍ਰੀਤਮ ਪ੍ਰਭ ਪੇਖਣ ਕਾ ਚਾਓ। ਜਿਹੜਾ ਸੁਣੇਗਾ ਹੀ ਨਹੀਂ ਉਹਦੀ ਲਿਵ ਕਿਵੇਂ ਲੱਗੇਗੀ? ਪਹਿਲਾਂ ਸੁਣਿਆ ਹੀ ਕਰੋ ਆ ਕੇ। ਮਨਨ ਬਹੁਰ ਨਿਧਿਆਸਨ ਧਰੋ। ਫਿਰ ਮੰਨੋ, ਫਿਰ ਕਮਾਈ ਕਰੋ, ਮਹਾਰਾਜ ਕਹਿਣ ਲੱਗੇ। ਹਾਂਜੀ। ਔਰ ਸਖਿਆਤਕਾਰ ਹੋਏ ਜਾਏ। ਤੁਸੀਂ ਵੀ ਸਾਖਿਆਤਕਾਰ ਹੋ ਜਾਓਗੇ, ਹਿਰਦਾ ਤੁਹਾਡਾ ਵੀ ਸਾਖਿਆਤਕਾਰ ਹੋ ਜਾਏਗਾ, ਭਾਵ ਤੁਹਾਡੇ ਅੰਦਰ ਰੱਬ ਪ੍ਰਗਟ ਹੋ ਜਾਏਗਾ। ਹਾਂਜੀ। ਜਨਮ ਮਰਨ ਦੁਖ ਅਖਲ ਬਿਲਾਏ। ਤੇ ਜਨਮ ਮਰਨ ਦੇ ਜਿੰਨੇ ਦੁੱਖ ਨੇ, ਸਾਰੇ ਦੁੱਖ ਬਿਲਾਏ ਨਾਸ ਹੋ ਜਾਣਗੇ। ਸੋ ਸੰਗਤ ਜੀ, ਇਹ ਕਮਾਈ ਦਾ ਵਿਸ਼ਾ ਹੈ। ਸੱਚੇ ਪਾਤਸ਼ਾਹ ਮਿਹਰਾਂ ਕਰਨ ਆਪਾਂ ਕਮਾਈ ਕਰ ਸਕੀਏ। ਪਿਆਰ ਨਾਲ ਗੱਜ ਕੇ ਸਾਰੀ ਸੰਗਤ ਕਹੋ ਜੀ ਵਾਹਿਗੁਰੂ। ਮਹਾਰਾਜ ਕਹਿੰਦੇ ਨਾ, ਇੱਕ ਮਨ ਇੱਕ ਚਿੱਤ ਹੋ ਕੇ। 2-4 ਮਿੰਟ ਰਹਿ ਗਏ ਆ। ਇੰਨੇ ਸਮੇਂ ਲਈ ਇਉਂ ਮਹਿਸੂਸ ਹੋਵੇ ਜਿਵੇਂ ਦੁਨੀਆ ਹੀ ਭੁੱਲ ਗਈ ਹੈ। ਵਾਹਿਗੁਰੂ 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 ਗੱਜ ਕੇ ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਇਹ ਹੈ ਕਮਾਈ ਕਰਨੀ ਜੀ। ਗੁਰੂ ਜੀ ਦੀ ਮਿਹਰ ਨਾਲ ਆਪਾਂ ਕੀ ਕੀਤਾ ਜੀ? ਗੁਰਮੰਤਰ ਦੀ ਕਮਾਈ ਕੀਤੀ ਜੀ। ਸੁਣ ਕੇ ਮੰਨ ਕੇ ਗੁਰੂ ਅਰਜਨ ਦੇਵ ਜੀ ਕਹਿੰਦੇ ਜਦੋਂ ਕਮਾਓਗੇ ਨਾ, ਜਨਮ ਤੇ ਮਰਨ ਇਹਨਾਂ ਦੇ ਬੰਧਨ ਹੀ ਕੱਟੇ ਜਾਣਗੇ। ਤੇ ਸੱਚੇ ਪਾਤਸ਼ਾਹ ਮਹਾਰਾਜ ਨੂੰ ਅਰਦਾਸ ਕਰੀਏ, ਸੱਚੇ ਪਾਤਸ਼ਾਹ ਬੜੇ ਹੀ ਮਾੜੇ ਆ, ਬਹੁਤ ਹੀ ਮਾੜੇ ਆ। ਮਹਾਰਾਜ ਸਾਡੇ ਤੇ ਕਿਰਪਾ ਕਰੋ, ਅਸੀਂ ਤੁਹਾਡੇ ਬਖਸ਼ੇ ਹੋਏ ਗੁਰਮੰਤਰ ਦੀ ਕਮਾਈ ਕਰਕੇ ਸਾਡੇ ਜਨਮ ਮਰਨ ਕੱਟੇ ਜਾਣ। ਸੱਚੇ ਪਾਤਸ਼ਾਹ, ਜਨਮ ਤੇ ਮਰਨ ਦਾ ਬੜਾ ਵੱਡਾ ਦੁੱਖ ਹੈਗਾ ਜੀ। ਰੋਜ਼ ਰੋਜ਼ ਥਾਵਾਂ ਬਦਲਣੀਆਂ ਸੌਖੀਆਂ ਨਹੀਂ ਹੁੰਦੀਆਂ। ਇਹ ਸਰੀਰ ਵੀ ਇੱਕ ਥਾਂ ਹੈ ਸਾਧ ਸੰਗਤ ਜੀ। 84 ਲੱਖ ਵਾਰ ਥਾਂ ਬਦਲ ਚੁੱਕਾ ਜੀ। ਆਤਮਾ 84 ਲੱਖ ਵਾਰ ਜਗ੍ਹਾ ਬਦਲ ਚੁੱਕੀ ਹੈ ਜੀ। ਕਦੇ ਕੁੱਤੇ ਦਾ ਸਰੀਰ ਮਿਲਦਾ ਹੈ, ਕਦੀ ਮਗਰਮੱਛ ਦਾ ਸਰੀਰ ਮਿਲ ਜਾਂਦਾ ਹੈ, ਕਦੀ ਹਾਥੀ ਦਾ ਸਰੀਰ ਮਿਲਦਾ ਹੈ, ਕਦੀ ਕੀੜੀ ਦਾ ਸਰੀਰ ਮਿਲਦਾ, ਫਿਰ ਜਾ ਕੇ ਆਹ ਸਰੀਰ ਮਿਲਿਆ। ਆਤਮਾ ਵੱਖ-ਵੱਖ ਥਾਵਾਂ ਤੋਂ ਭਟਕਦੀ ਹੋਈ ਥੱਕ ਗਈ ਜੀ। ਹਾਂਜੀ, ਬੰਦੇ ਨੂੰ ਆਪਣਾ ਘਰ ਚਾਹੀਦਾ ਹੈ। ਆਪਣਾ ਘਰ ਕੀ ਹੈ? ਸੱਚਖੰਡ। ਉੱਥੇ ਉਦੋਂ ਹੀ ਬੰਦਾ ਜਾ ਸਕਦਾ ਹੈ ਜਦੋਂ ਨਾਮ ਜਪਿਆ ਜਾਏਗਾ। ਸੋ ਸੱਚੇ ਪਾਤਸ਼ਾਹ ਮੇਰਾ ਕਰਨ। ਫਿਰ 2 ਮਿੰਟ ਜਪ ਲਓ, ਫਿਰ ਖਿਮਾ ਮੰਗਾ। ਵਾਹਿਗੁਰੂ 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 ਵਾਹਿਗੁਰੂ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਨੀ। ਸਭ ਸੰਗਤ ਪਿਆਰ ਨਾਲ ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।